ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸ੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਾਰ ਭਾਰ ਧਰ ਕਰ ਮਾਥ। ਸ੍ਰੀ ਨਾਨਕ ਸੁਖ ਸਿੰਧ ਕਉ ਹਾਥ ਜੋਰ ਪ੍ਰਣਾਮ, ਜਿਸ ਕਰਨਾ ਤੇ ਵਡਿਆਗੀ ਪਾਵੈ ਹੈ ਗਾਤ ਬਿਸਰਾਮ। ਤੂੰ ਚੌ ਸੱਜਣ ਮਹਿੰਦਿਆ ਦੇਈ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਵਾਹਿਗੁਰੂ ਸਾਹਿਬ ਜੀ ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ, ਸੋ ਮੂਰਤ ਭਗਵਾਨ। ਸਤਿਗੁਰੂ ਗਰੀਬ ਨਵਾਜ ਅਤਿਤ ਪਾਵਨ ਦੀਨ ਬੰਧੂ ਨਿਰੰਕਾਰ ਕਾਲ ਪੁਰਖ ਦਸੇ ਸਰੂਪ ਹਾਜ਼ਰ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਰਸਨਾ ਸਫਲੀ ਕਰੋ, ਗੁਰੂ ਚਰਨਾਂ 'ਚ ਹਾਜ਼ਰੀ ਲਵਾਓ ਤੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ, ਧੰਤਾ ਯੋਗ ਹੋ। ਗੁਰੂਆਂ ਦੇ ਗੁਰੂ ਸ਼ਬਦ ਅਵਤਾਰ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਜੇ ਦਰਬਾਰ ਵਿੱਚ ਸਨਮੁਖ ਸਾਹਮਣੇ ਸੰਗਤ ਰੂਪ ਹੋ ਕੇ ਮਿਲ ਕੇ ਬੈਠੇ ਹੋ। ਗੁਰੂਆਂ ਦੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਸਾਹਮਣੇ ਬੈਠੀ ਸੰਗਤ ਗੁਰੂ ਸਾਹਿਬਾਨ ਨੂੰ ਸੀਸ ਝੁਕਾ ਕੇ ਇਸ ਨੂੰ ਕਿਹਾ ਜਾਂਦਾ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਹੋਰ ਕਿਸੇ ਨੂੰ ਗੁਰੂ ਨਹੀਂ ਕਿਹਾ ਜਾਂਦਾ। ਇਸ ਪ੍ਰਕਾਰ ਸਤ ਸੰਗਤ ਵਿੱਚ ਆ ਕੇ ਬੈਠਣਾ ਸਿਤਾਹਾਂ ਬਿਕੁੰਠ ਜਹ ਕੀਰਤਨ ਤੇਰਾ ਆਪੇ ਸਰਦਾ ਲਾਹੇ। ਗੁਰਬਾਣੀ ਦਾ ਕੀਰਤਨ ਸੁਣਨਾ, ਪਾਠ ਕਰਨਾ ਸੁਣਨਾ, ਅੰਮ੍ਰਿਤ ਰੂਪ ਸਭ ਦੇ ਉਤਮ ਹਰ ਕੀ ਕਥਾ। ਗਰੀਬ ਨਵਾਜ ਤਰਸ ਕਰਕੇ ਕਿਰਪਾ ਕਰਕੇ ਸੇਵਾ ਲੈ ਰਹੇ ਨੇ, ਉਹ ਆਪਾਂ ਸਰਵਣ ਕਰਦੇ ਹਾਂ ਅਤੇ ਵਿਚਾਰਾਂ ਕਰਦੇ ਹਾਂ। ਇਹ ਗੁਰੂ ਕੀਆਂ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੀਆਂ ਪੰਕਤੀਆਂ ਨੂੰ ਸਫਲ ਹੋ ਰਹੇ ਹਾਂ। ਭਾਈ ਭਗਤ ਜੀ ਲਿਖਦੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ, ਦੇਵਾ ਪਾਹਨ ਤਾਰੀ ਅਲੇ ਰਾਮ ਕਹਿ ਜਨ ਕਸ ਨਾ ਤਲੇ, ਤਾਰੀ ਲੇ ਗਨ ਕਾ ਬਿਰੂਪ ਕੁਬਜਾ ਵਿਆਦ ਅਜਾਵਲ ਤਾਰੀ ਅਲੇ, ਚਰਨ ਬਦਕ ਜਨ ਤੇ ਮੁਕਤ ਭਏ ਹਮ ਬਾਲ ਬਾਲ ਜਨ ਰਾਮ ਕਹੇ, ਦਾਸੀ ਸੁਤ ਜਨ ਬਿਦਰ ਸੁਧਾਮਾ ਉਗਰ ਸੈਣ ਕੋ ਰਾਜ ਦੀਏ, ਜਪਹੀਣ ਤਪਹੀਣ ਕੁਲਹੀਣ ਕਰਮਹੀਣ ਨਾਮੇ ਕੇ ਸੁਆਮੀ ਤਿਉ ਉਤਰੇ। ਭਗਤ ਨਾਮਦੇਵ ਜੀ ਰਸਨਾ ਤੋਂ ਉਚਾਰੀ ਬਾਣੀ ਹੈ, ਗੁਰੂ ਸਾਹਿਬਾਂ ਪ੍ਰਵਾਨ ਕੀਤੀ ਵੀ ਠੀਕ ਹੈ, ਸੱਚ ਹੈ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਏ ਤਿੱਥੇ ਨਦਰ ਤੇਰੀ ਬਖਸ਼ੀਸ। ਭਾਈ ਗੁਰਦਾਸ ਜੀ ਕਹਿੰਦੇ ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ, ਮੱਖੀ ਨੱਕ ਕੰਨ ਹੱਥ ਦੇ ਭਾਰ ਉਚਾਉਂਦੇ, ਸਭ ਚਿਹਨ ਛੱਡ ਪੂਜੀਆਂ ਕੌਣ ਕਰਮ ਕਮਾਉਂਦੇ। ਗੁਰ ਸਰਣੀ ਸਾਧ ਸੰਗਤੀ ਦੇ ਚਲ ਚਲ ਜਾਂਦੇ, ਵਤਨ ਕਾ ਪਰ ਉਪਕਾਰ ਨੂੰ ਕਰ ਪਾਰ ਵਸਾਉਂਦੇ, ਮੇਰੀ ਖੱਲੋਂ ਮੋਜੜੇ ਗੁਰ ਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧ ਰਹਿਣ ਵੱਡ ਭਾਗ ਜਿਨ੍ਹਾਂ ਦੇ, ਤਹਾਂ ਵਿਕੁੰਠ ਧਾਮ ਹੈ ਤੇ ਉਹ ਧਰਤੀ ਤੇ ਗੁਰੂ ਦੇ ਸਨਮੁਖ ਬੈਠੀ ਸੰਗਤ ਹੈ। ਕਹੋ ਕਬੀਰ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ,
ਕਦਮ ਸਬਲੇ ਬਣਾਏ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਸਿੱਖੀ ਕਮਾ ਰਹੇ ਨੇ, ਤੇਰੀ ਕਥਾ ਕੀਰਤਨ ਨਾਲ ਜੁੜੇ ਹੋਏ ਨੇ। ਉਹਨਾਂ ਦੇ ਪੈਰਾਂ ਦੇ ਜੋੜੇ ਤੇ ਮੇਰੇ ਸਰੀਰ ਦੀ ਖੱਲ, ਕਿੰਨੀ ਨਿਮਰਤਾ ਹੈ। ਇਸ ਪ੍ਰਕਾਰ ਗੁਰਮੁਖੋ ਆਮ ਤੌਰ 'ਤੇ ਪੈਰਾਂ ਨੂੰ ਹੱਥ ਲਾ ਕੇ ਸਤਿਕਾਰ ਕੀਤਾ ਜਾਂਦਾ ਹੈ। ਮਾਣ ਬਹੁਤਾ ਸਿਰ ਨੂੰ ਉੱਚੇ ਥਾਂ 'ਤੇ ਰਹਿੰਦਾ ਹੈ, ਪਰ ਗੁਰਚਰਨਾਂ 'ਚ ਆ ਕੇ ਤੇ ਸਿਰ ਪੈਰਾਂ 'ਤੇ ਪਾਇਆ ਜਾਂਦਾ। ਹੰਕਾਰ ਮਾਣ ਇਹਦਾ ਤੋੜਿਆ ਜਾਂਦਾ ਹੈ। ਸਾਰੇ ਸਰੀਰ ਕੰਗਾਂ ਨੂੰ ਲੈ ਕੇ ਇਹ ਚਰਨ ਹੀ ਸੰਗਤ ਵਿੱਚ ਆਉਂਦੇ ਨੇ, ਪਰਉਪਕਾਰੀ ਵਾਸਤੇ ਜਾਂਦੇ ਨੇ। ਇਸ ਕਰਕੇ ਚਰਨਾਂ ਨੂੰ ਪੂਜਿਆ ਜਾਂਦਾ, ਸਿਰ ਨੂੰ ਹੱਥ ਲਾ ਕੇ ਨਹੀਂ। ਲੰਬੀ ਚੌੜੀ ਵਿਚਾਰ ਸਭ ਪੌੜੀ ਅੰਦਰ ਉਹ ਨਾ ਕਰੀਏ। ਲੜੀਵਾਰ ਚੱਲ ਰਹੇ ਨਾਵੇਂ ਪਾਤਸ਼ਾਹ ਦੇ ਸ਼ਲੋਕ ਮਹਾਰਾਜ ਸਾਹਿਬ ਜੀ ਨੇ ਆਪ ਹੀ ਕਿਰਪਾ ਕਰਕੇ ਆਵਾਜ਼ ਦੇ ਕੇ ਕਤਲ ਕੀਤਾ ਹੈ। ਕਹੇ ਕਿ ਇਹਨਾਂ ਦੀ ਵਿਚਾਰ ਕਰੋ ਕਿ ਮਹਾਰਾਜ ਸਾਹਿਬ ਕਰਵਾ ਰਹੇ ਹਨ। ਪਹਿਲੇ ਦੀਵਾਨ 'ਚ ਉਥਾਨਕਾ, ਦੂਜੇ ਦੀਵਾਨ 'ਚ ਮੰਗਲਾਚਰਨ ਤੇ ਸ਼ਲੋਕਾਂ ਦੀ ਰੰਭ, ਤੀਜੇ ਦੀਵਾਨ 'ਚ ਗੁਰਤਾ ਗੱਦੀ ਤੇ ਜੋਤੀ ਜੋਤ, ਚੌਥਾ ਦੀਵਾਨ ਹੈ ਜਿਸ ਵਿੱਚ 12 ਸ਼ਲੋਕਾਂ ਦੀ ਵਿਚਾਰ ਮਿਲ ਜੁਲ ਕੇ ਆਪਾਂ ਕਰ ਸਕੇ ਹਾਂ, ਕਰ ਲਈ ਹੈ। ਤੇ 13ਵੇਂ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਪੰਕਤੀ ਮਗਰ ਵੱਡਾ ਪੌੜਾ ਤੇ ਚਾਰਾ ਇਤਿਹਾਸ ਹੈ। ਸੋ ਕੀ ਕਹਿੰਦੇ, ਸੁਖ ਦੁੱਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਜੀਵ ਦਾ ਸੁਭਾਅ ਹੈ, ਸੋ ਜੋ ਕੁਛ ਪਾਵੇ ਤੋ ਗਰਭ ਕਰਤ ਹੈ। ਮਾਇਆ ਗਈ ਤਬ ਰੋਣ ਲਗਤ ਹੈ, ਆਬਤ ਕੋ ਹਰਖ ਜਾਬਤ ਕੋ ਰੋਬਤ। ਇਹ ਦੁੱਖ ਸੁੱਖ ਨਾ ਲੈ ਲਾਗਾ। ਕੋਈ ਵਸਤੂ ਆਉਂਦੀ ਹੈ ਤੇ ਖੁਸ਼ੀ ਮਨਾਉਂਦੇ ਆ, ਜੇ ਚਲੀ ਜਾਂਦੀ ਦੁੱਖ ਮਨਾਉਂਦੇ ਆ। ਨਹੀਂ, ਇਹਨਾਂ ਦੁੱਖਾਂ ਤੇ ਸੁੱਖਾਂ ਤੋਂ ਰਹਿਤ ਨੇ ਜਿਹੜੇ ਪਰਮੇਸ਼ਰ ਦੇ ਪਿਆਰੇ, ਉਹ ਲੱਭਣੇ ਬੜੇ ਮੁਸ਼ਕਲ ਨੇ। ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ ਉਹ ਕਹਿੰਦੇ ਨੇ। ਇਸ ਪ੍ਰਕਾਰ ਇੱਕ ਨਾ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਦੁੱਖ ਦੀ ਜਾਂ ਭੁੱਖ ਦੀ ਮਾਰ ਪੈਂਦੀ ਹੈ, ਤੇਰੀ ਦਾਤ ਹੈ, ਮੇਰੇ ਕਰਮਾਂ ਦਾ ਭੋਗ ਹੈ। ਕਿਰਪਾ ਕਰਕੇ ਭੁਗਤਾ ਲਵੋ, ਤੂੰ ਤਾਂ ਨਿਆਂਕਾਰੀ ਹੈ, ਕਿਸੇ ਨਾਲ ਈਰਖਾ ਦਵੈਤ ਨਹੀਂ ਕਰਦਾ। ਇਸ ਪ੍ਰਕਾਰ ਤਖਤ ਬਿਠਾਵੇਂ ਦਾਸ ਤੁਮਾਰੇ, ਕਾਸ ਵਡਾਵੇਂ ਕੇਤਕ ਬੋਲਾ। ਰਾਜ ਗੱਦੀ ਤਖਤ 'ਤੇ ਬਿਠਾ ਦੇਵੋ, ਤੁਹਾਡੇ ਦਾਸ ਹੀ ਹੈ, ਤੁਹਾਡੀ ਸਿੱਖੀ ਕਮਾਉਣੀ ਹੈ। ਜਰੰਬੀ ਹੱਥ 'ਚ ਦੇਖ ਕੇ ਘਾਹ ਖੋਤਣ ਲਾ ਦੇਵੋ ਤੇ ਫਿਰ ਕੀ ਬੋਲਣਾ ਹੈ। ਕੋਈ ਤੈਨੂੰ ਲਾਮਾ ਥੋੜ੍ਹਾ ਦੇਣਾ ਹੈ। ਅਸੀਂ ਤਾਂ ਜਰਾ ਝੱਟ ਲਾਮਾ ਦੇਣ ਲੱਗ ਜਾਂਦੇ ਹਾਂ। ਸੁੱਖ ਹੀ ਸਦਾ ਮੰਗਦੇ ਹਾਂ, ਫਿਰ ਦੁੱਖ ਨਾਲ ਲੁਕਿਆ ਹੋਇਆ ਕੁਝ ਵੀ ਮੰਗ ਲਓ ਦੁਨੀਆ ਦਾ, ਉਹਦੇ ਮਗਰ ਦੁੱਖ ਜ਼ਰੂਰ ਲੁਕਿਆ ਹੋਇਆ ਹੈ। ਅਤੇ ਫਿਰ ਮੰਗਣਾ ਕੀ ਹੈ, ਵਿਣ ਤੁਧ ਹੋਰ। ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਅਤੇ ਸੁੱਖ ਇਸ ਪ੍ਰਕਾਰ ਦੇ ਦੁੱਖ ਜਿਹੜੇ ਨਹੀਂ ਇਸ ਨੂੰ ਮੰਨਦੇ, ਕਿ ਕੀ ਮੰਨਦੇ ਨੇ, ਭਾਣਾ ਮੰਨਦੇ ਨੇ, ਆਗਿਆ ਵਿੱਚ ਰਹਿੰਦੇ ਨੇ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਮਾਟੀ, ਤੈਸੀ ਅੰਮ੍ਰਿਤ ਤੈਸੀ ਬਿਖ ਖਾਟੀ। ਜੋ ਵਰਤਾਈ ਸਾਈ ਜੁਗਤ, ਨਾਨਕ ਪੁਰਖ ਕਹੀਏ ਜੀਵਨ ਮੁਕਤ। ਇਹੋ ਜਿਹੇ ਜੀਵਨ ਮੁਕਤ ਹੋ ਸਕਦੇ ਨੇ। ਇਹਨਾਂ ਨਿਸ਼ਾਨੀਆਂ ਨੂੰ ਕਦੇ ਲੱਭੋ ਕਿ ਦੁਨੀਆ 'ਤੇ ਹੈਗੇ ਨੇ ਜਿਨ੍ਹਾਂ ਦੇ ਆਸਰੇ ਧਰਤੀ ਭਾਵ ਕਾਇਮ ਹੈ। ਉਹ ਗੁਰੂ ਸਾਹਿਬ ਸਿੱਖਿਆ ਦੇ ਰਿਹਾ। ਦੁੱਖ ਸੁੱਖ ਜਿਹੇ ਪਰਸੇ ਨਹੀਂ ਪਰਸਦਾ, ਨਹੀਂ ਛੋਹਦਾ। ਨਹੀਂ ਲੋਭ ਮੋਹ ਅਭਿਮਾਨ, ਲੋਭ ਤੇ ਮੋਹ ਅਭਿਮਾਨ। ਮਾਣ ਹੰਕਾਰ ਕਾਮ ਕਰੋ ਲੋਭ ਹੰਕਾਰ। ਇਹ ਬੜੀਆਂ ਪ੍ਰਬਲ ਸ਼ਕਤੀਆਂ ਨੇ, ਇਹ ਜੰਮਣ ਮਰਨ ਦਾ ਕਾਰਨ ਬਣਦੀਆਂ ਨੇ। ਇਹਨਾਂ ਮਗਰ ਹੀ ਦੁੱਖ ਲੁਕੇ ਹੋਏ ਨੇ। ਇਸ ਪ੍ਰਕਾਰ ਲੋਭ ਪਹਿਲਾਂ ਕਿਹਾ ਹਜ਼ੂਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਲੋਭ ਲਹਿਰ ਸਵਾਨ ਕੀ ਸੰਗਤ, ਜਾਏ ਕਰਗ ਬਿਖੂ ਮੁਖ ਲਾਵੇਂ। ਗੋ ਕਰਗ ਨੂੰ ਮੂੰਹ ਮਾਰਦਾ ਲੋਭੀ ਪੁਰਖ। ਸਵਾਨ ਕੁੱਤੇ ਦਾ ਦਰਜਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਲੋਭੀ ਪੁਰਖ ਨੂੰ ਦਿੰਦੇ ਹੈ। ਕਮਾਈ ਕਰਨੀ, ਹੱਕ ਲੈਣਾ, ਇਹ ਲੋਭ ਨਹੀਂ। ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ। ਮਤ ਬੁੱਧ ਰੂਪੀ ਨੇਤਰਾਂ ਤੋਂ ਅੰਧੇ ਹੋ, ਲਾਲਚ ਛੱਡ ਦਿਓ, ਭਾਰੀ ਦੁੱਖ ਹੈ। ਇਹ ਲੋਭਾ ਲੰਪਟ ਸੰਗ ਸਿਰ ਮੋਰ ਅਨਕ ਲਹਿਰੀ ਕਲੋਲ ਤੇ। ਆਵੰਤ ਜਵੰਤ ਥਕੰਤ ਜੀ ਅਨਕ ਭਾਂਤ, ਬਹੁ ਡੋਲ ਤੇ। ਨਚ ਮਿੱਤਰੰ ਨਚ ਇਸ਼ਟੰ, ਨਚ ਮਾਤ ਪਿਤਾ ਤਬ ਲੱਜਿਆ। ਆ ਕਰਨ ਕਰੋ ਰਖਾਦ ਖਾਦੰ, ਸਾਜਨ ਸਾਹਿ ਸਮਝਿਆ। ਤਰਾਹੇ ਤਰਾਹੇ ਸਰਨ ਸੁਆਮੀ, ਤਰਾਸ ਤਰਾਸ ਸੁਆਮੀ ਤੇਰੀ ਸ਼ਰਨ ਹੈ। ਇਸ ਲੋਭ ਤੋਂ ਸਾਨੂੰ ਬਚਾ ਲਿਓ। ਇਹ ਲੋਭੀ ਪੁਰਖ ਦਾ ਕੋਈ ਗੁਰੂ ਨਹੀਂ, ਕੋਈ ਧਰਮ ਨਹੀਂ, ਕੋਈ ਮਾਂ ਨਹੀਂ, ਕੋਈ ਪੁੱਤ ਨਹੀਂ।
ਕੋਈ ਪਿਤਾ ਨਹੀਂ। ਜਿੱਥੇ ਜਾਓ ਲੋਭ ਵੀ ਪੂਰਾ ਹੋਣਾ ਚਾਹੀਦਾ ਹੈ। ਕਿਸੇ ਮਹਾਤਮਾ ਨੂੰ, ਕਿਸੇ ਪ੍ਰੇਮੀ ਜਨ ਨੇ 3 ਪਰੌਂਠੇ ਪਕਾ ਦਿੱਤੇ, ਜੇ ਤੁਸੀਂ ਚੱਲੇ ਹੋ ਰਸਤੇ 'ਚ ਲੋੜ ਪੈਣ ਤੋਂ ਛਕ ਲਿਓ। ਮਹਾਤਮਾ ਨੇ ਬਸਤਰ ਉਤਾਰੇ ਨਹੀਂ, ਕਿਸੇ ਕਿਰਿਆ ਵਾਲੀ ਪਾਸੇ ਚਲੇ ਗਏ ਤੇ ਲੋਭੀ ਪੁਰਖ ਨੇ ਬਸਤਰ ਫੋਲ ਲਏ ਮਹਾਤਮਾ ਦੇ। ਮਾਇਆ ਤਾਂ ਨਿਕਲੀ ਨਾ, ਪਰੌਂਠੇ 3 ਸੀ, ਉਹਨਾਂ 'ਚੋਂ 1 ਖਾ ਲਿਆ, ਛਕ ਲਿਆ, 2 ਉਤਰੇ ਵਲੇਟਦੇ। ਮਹਾਤਮਾ ਆਏ ਤੇ ਵੇਖਣ ਲੱਗੇ ਵੀ ਬਸਤਰ ਫਰੋਲੇ ਆ, ਸਾਡੇ ਕੋਲੋਂ ਕੀ ਲੈ ਜਾਣਾ ਹੈ, ਆ 4 ਲੀੜਾਂ ਕੱਪੜੇ ਹੀ ਨੇ, ਪਰ ਪ੍ਰਸ਼ਾਦੇ 3 ਸੀ, ਇਹ 2 ਕਿਵੇਂ ਰਹਿ ਗਏ। ਇਹ ਕਿਨ ਛਕਿਆ। ਵੇਖਿਆ ਵੀ ਆਹ ਜਿਹੜਾ ਨੇੜੇ ਫਿਰਦਾ ਇਹਦਾ ਕੰਮ ਹੋਣਾ ਹੈ। ਉਹਨੂੰ ਆਵਾਜ਼ ਦੇ ਕੇ ਕਹਿੰਦੇ ਭਲਿਆ ਪ੍ਰਸ਼ਾਦਾ ਤੂੰ ਛਕਿਆ ਹੈ। ਤੇ ਮੰਨ ਜਾਂਦਾ ਤੇ ਚੰਗੀ ਗੱਲ ਸੀ, ਪਰ ਲੋਭ ਬੜਾ ਸੀ ਮਨ 'ਚ, ਮੁੱਕਰ ਗਿਆ, ਝੱਟ ਝੂਠ ਬੋਲਤਾ, ਨਹੀਂ ਜੀ ਮੈਂ ਨਹੀਂ ਛਕਿਆ। ਮਹਾਤਮਾ ਜਾਣੀ ਜਾਣ ਸੀ, ਸਮਝ ਗਏ ਕਿ ਮਨਾਉਣਾ ਇਹਨੂੰ ਜ਼ਰੂਰ ਹੈ। ਕਹਿੰਦੇ ਚੱਲ ਆਹ ਨਦੀ ਤੋਂ ਪਾਰ ਲੈ ਚਲੀਏ, ਤੈਨੂੰ ਵਧੀਆ ਪਦਾਰਥ ਹੋਰ ਖਵਾਵਾਂਗੇ ਤੇ ਮਾਇਆ ਵੀ ਦਿਵਾਵਾਂਗੇ। ਚਲੋ ਜੀ, ਮੈਂ ਇੱਥੇ ਕੀ ਕਰਨਾ ਹੈ, ਨਾਲ ਹੀ ਚੱਲਦਾ ਤੁਹਾਡੇ। ਨਦੀ ਦੇ ਵਿਚਾਲੇ ਗਏ ਤੇ ਪਾਣੀ ਮਹਾਤਮਾ ਨੇ ਆਪਣੀ ਸ਼ਕਤੀ ਨਾਲ ਉੱਚਾ ਕਰ ਲਿਆ, ਚੜ੍ਹਾ ਲਿਆ। ਸੋ ਲੱਕ ਤੱਕ ਤੇ ਛਾਤੀ ਤੱਕ ਤੇ ਮੂੰਹ ਤੱਕ ਆ ਗਿਆ। ਲੋਭੀ ਪੁਰਖ ਬੜਾ ਡਰਿਆ, ਮਹਾਤਮਾ ਕਿੱਥੇ ਮਾਰਿਆ ਜੇ ਡੋਬ ਕੇ, ਬਚਣ ਦੀ ਆਸ ਨਹੀਂ ਰਹੀ। ਭਾਈ ਠੀਕ ਹੈ, ਇੱਥੇ ਰੱਬ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ ਕੋਈ ਸਹਾਇਤਾ ਨਹੀਂ ਕਰ ਸਕਦਾ। ਆਪਾਂ ਉਸ ਨੂੰ ਯਾਦ ਕਰੀਏ, ਚਰਨਾਂ 'ਚ ਬੇਨਤੀ ਕਰੀਏ। ਜਦੋਂ ਕੀਤੀ ਤੇ ਪਾਣੀ ਨੀਵਾਂ ਹੋ ਕੇ ਥੱਲੇ ਉਤਰ ਗਿਆ, ਪਾਰ ਲੰਘ ਗਏ। ਮਹਾਤਮਾ ਕਹਿੰਦੇ ਭਲਿਆ ਰੱਬ ਕਿੱਡਾ ਬੇਅੰਤ ਹੈ, ਸਾਨੂੰ ਰੁੜਦਿਆਂ ਨੂੰ, ਸਾਨੂੰ ਡੁੱਬਦਿਆਂ ਨੂੰ, ਮਰਦਿਆਂ ਨੂੰ ਬਚਾ ਲਿਆ। ਹਾਂ ਜੀ ਬਿਲਕੁਲ, ਪਰਮੇਸ਼ਰ ਨੇ ਬਚਾਇਆ। ਕਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਕੌਣ ਹੋਰ ਸਹਾਇਤਾ ਕਰ ਸਕਦਾ ਹੈ। ਇਸ ਪ੍ਰਕਾਰ ਉਸ ਰੱਬ ਦੀ, ਪਰਮੇਸ਼ਰ ਦੀ ਸਹੁੰ ਖਾ ਕੇ 10 ਪਰੌਂਠਾ ਤੋਂ ਨਹੀਂ ਛਕਿਆ। ਉਸੇ ਵੇਲੇ ਮੁੱਕਰ ਗਿਆ, ਨਹੀਂ ਜੀ ਮੂਲੀ ਗੱਲ ਸੀ। ਲੋਕ ਝੂਠ ਨਹੀਂ ਬੋਲਣਾ ਚਾਹੀਦਾ, ਇੱਕ ਪਾਪ ਹੈ। ਜੀਵਾਂ ਦੀ ਖੇਡ ਹੀ ਬਣ ਗਈ ਹੈ, ਰਿਵਾਜ ਹੀ ਬਣ ਗਿਆ, ਜਰਾ ਜਰਾ ਗੱਲ 'ਤੇ ਝੂਠ। ਮਹਾਤਮਾ ਕਹਿੰਦੇ ਬੜਾ ਇਹ ਢੀਠ ਸੁਭਾਅ ਦਾ ਹੈ, ਅਜੇ ਵੀ ਨਹੀਂ ਮੰਨਿਆ, ਰੱਬ ਦਾ ਡਰ ਵੀ ਨਹੀਂ। ਤੇ ਫਿਰ ਇੱਕ ਸ਼ੇਰ ਪੈਦਾ ਕਰ ਲਿਆ, ਜੋ ਗੱਜਦਾ ਹੋਇਆ, ਬੋਲਦਾ ਹੋਇਆ ਆ ਰਿਹਾ ਸੀ ਸਿੱਧਾ। ਲੋਭੀ ਦੀ ਖਾਨੇ ਹੋ ਗਈ, ਮਹਾਂਪੁਰਖੋ ਪਾਣੀ ਤੋਂ ਤਾਂ ਬਚ ਗਏ ਹੈ, ਸ਼ੇਰ ਦੇ ਦੰਦਾਂ ਤੋਂ ਕਿਵੇਂ ਬਚਾਂਗੇ। ਕਹਿੰਦੇ ਫਿਰ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਹੀਂ ਬਚਾ ਸਕਦਾ। ਜਿੱਥੇ ਜਾਓ ਜਾਂ ਪੇਖੋ ਤਹਾਂ ਹਜ਼ੂਰ, ਦੂਰ ਕਤੋਂ ਨਾ ਜਾਈ। ਉਹਨੂੰ ਯਾਦ ਕਰੀਏ, ਕਰਤੇ ਪੁਰਖ ਨੂੰ ਯਾਦ ਕੀਤਾ ਤੇ ਸ਼ੇਰ ਪਰੇ ਚਲੇ ਗਿਆ, ਲੋਪ ਹੋ ਗਿਆ। ਮਹਾਤਮਾ ਕਹਿੰਦੇ ਵੇਖ ਭਲਿਆ, ਜਿਸ ਰੱਬ ਨੇ ਜਿਸ ਨੇ ਸ਼ੇਰ ਦੇ ਮੂੰਹ ਤੋਂ, ਦੰਦਾਂ 'ਚੋਂ ਬਚਾਇਆ, ਮੌਤ 'ਚੋਂ ਬਚਾਇਆ, ਉਹਦੀ ਸਹੁੰ ਖਾ ਕੇ 10 ਪ੍ਰਸ਼ਾਦਾ ਤੋਂ ਨਹੀਂ ਛਕਿਆ, ਫੇਰ ਮੁੱਕਰ ਗਿਆ। ਇਹ ਪ੍ਰਮਾਣ ਮਹਾਤਮਾ ਦੇ ਲੋਭੀ ਕਿਹੋ ਜਿਹੇ ਹੁੰਦੇ ਹੈ। ਲੋਭੀ ਕਾ ਵਸਾਹ ਨਹੀਂ ਕਰਨਾ ਚਾਹੀਦਾ। ਉਸ ਨੂੰ ਭਾਵੇਂ ਗੁਰੂ ਗ੍ਰੰਥ ਸਾਹਿਬ ਸਰੂਪ ਪਾੜਨੇ ਪੈਣ ਸਭ ਦੇ ਸਾਂਝੇ, ਉਸ ਨੂੰ ਭਾਵੇਂ ਗਊਆਂ ਦੇ ਸਿਰ ਵੱਢ ਕੇ ਮੰਦਰਾਂ ਸੁੱਟਣੇ ਪੈਣ, ਉਹਨਾਂ ਨੂੰ ਭਾਵੇਂ ਸੂਰਾਂ ਦੇ ਸਿਰ ਮਸੀਤਾਂ ਸੁੱਟਣੇ ਪੈਣ, ਸਭਾ ਖਾਣੀਆਂ ਪੈਣ। ਲੋਭੀ ਲੋਭ ਲਹਿਰ ਸਵਾਨ ਕੀ ਸੰਗਤ, ਕੂਕਰ ਸੁਭਾਅ ਵਾਲਾ। ਤੇ ਕੂਕਰ ਰੱਖਿਆ ਹੋਵੇ ਤੇ ਉਹ ਆਪਣੇ ਮਾਲਕ ਨੂੰ ਨਹੀਂ ਕੱਟਦਾ, ਸੋ ਹੋਰਨਾਂ ਨੂੰ ਭਾਵੇਂ ਕੱਟੇ। ਜਿਹੜਾ ਕੂਕਰ ਹਲਕਾ ਹੋ ਜਾਵੇ ਉਹ ਸਭ ਨੂੰ ਕੱਟਿਆ ਜਾਂਦਾ। ਲੋਭ ਲਹਿਰ ਸਵਾਨ ਹਲਕ ਹੈ, ਹਲਕਿਓ ਸਭੇ ਵਿਚਾਰੇ। ਲੋਭ ਦੀ ਲਹਿਰਾਂ ਇਹੋ ਜਿਹੀਆਂ, ਸਵਾਨ ਕੁੱਤੇ ਦੀ ਤਰ੍ਹਾਂ ਹਲਕ ਹੋ ਜਾਂਦਾ ਹੈ, ਸਭ ਨੂੰ ਹੀ ਕੱਟੀ ਜਾਂਦਾ, ਛੱਡਦਾ ਹੀ ਕਿਸੇ ਨੂੰ, ਨਾ ਮਾਂ ਦੀ, ਨਾ ਪਿਓ ਦੀ, ਨਾ ਗੁਰੂ ਦੀ, ਕੋਈ ਲੱਜਿਆ ਨਹੀਂ ਹੁੰਦੀ। ਮਹਾਤਮਾ ਸੋਚਿਆ ਵੀ ਮਨਾਉਣਾ ਇਹਨੂੰ ਜ਼ਰੂਰ ਹੈ। ਕੁਝ ਰੋੜ ਇਕੱਠੇ ਕਰਕੇ ਆਤਮਿਕ ਸ਼ਕਤੀ ਨਾਲ ਸੋਨੇ ਦੇ ਬਣਾ ਲਏ ਤੇ ਉਹਦੀਆਂ 3 ਢੇਰੀਆਂ ਕੀਤੀਆਂ। ਕਹਿੰਦਾ ਵੀ ਇੱਕ ਤੇ ਤੇਰੀ ਹੋਈ ਤੇ ਇੱਕ ਮੇਰੀ ਹੋਈ ਤੇ ਤੀਜੀ ਆਪਾਂ ਉਹਨਾਂ ਨੂੰ ਦੇਣੀ ਹੈ ਜਿਹਨੇ ਪ੍ਰਸ਼ਾਦਾ ਛਕਿਆ, ਉਹਦੀ ਭਾਲ ਕਰੀਏ। ਉਸੇ ਵੇਲੇ ਕਹਿੰਦਾ ਮਹਾਂਪੁਰਖੋ ਮੈਂ ਹੀ ਛਕਿਆ ਸੀ, ਲਿਆਓ ਮੈਨੂੰ ਦੇ ਦਿਓ। ਲੋਭੀ ਇਹੋ ਜਿਹਾ ਹੁੰਦਾ ਹੈ, ਸਾਡੇ ਵਿੱਚ ਹੀ ਨੇ, ਵੱਖਰੇ ਉਹਦੇ ਸਿਰ 'ਤੇ ਸਿੰਘ ਨਹੀਂ, ਵੱਖਰਾ ਕੋਈ ਨੁਹਾਰ ਨਹੀਂ। ਇਸ ਪ੍ਰਕਾਰ ਮਹਾਤਮਾ ਭਾਵ ਵਿਚਾਰਾਂ ਦਿੰਦੇ, ਪ੍ਰਵਾਨ ਦਿੰਦੇ। ਸੋ ਕੋਈ ਰਾਜੇ ਦੇ ਦਰਬਾਰ 'ਚ ਕਥਾ ਕਰਿਆ ਕਰਦਾ ਸੀ, ਉਹ ਵਜੀਵਕਾ ਚੱਲਦੀ ਸੀ। ਦੂਜੇ ਨੇ ਉੱਥੋਂ ਉਹਨੂੰ ਕਢਾਉਣਾ ਚਾਹਿਆ। ਕਹਿੰਦਾ ਰਾਜਨ, ਇਹ ਤੇਰੇ ਵਿਦਵਾਨ ਪੰਡਤ ਨੂੰ ਬਹੁਤਾ ਕੁਝ ਨਹੀਂ ਆਉਂਦਾ, ਇਹਨੂੰ ਪੁੱਛੀ ਵੀ ਪਾਪ ਦਾ ਬਾਪ ਕੌਣ ਹੈ।
7 ਵਜੇ ਨੂੰ ਪੁੱਛ ਲਵਾਂਗੇ। ਜੇ ਉੱਤਰ ਨਾ ਦੇ ਸਕਿਆ ਤਾਂ ਫਿਰ ਦਰਬਾਰ 'ਚੋਂ ਕੱਢ ਦਿਓ, ਕਥਾ ਮੈਂ ਕਰਿਆ ਕਰੂੰ। ਪੁੱਛ ਲਿਆ ਉਸ ਨੂੰ। ਹੁਣ ਵਿਚਾਰੇ ਨੂੰ ਉੱਤਰ ਨਹੀਂ ਸੀ ਆਉਂਦਾ, ਸੋਚੀ ਪੈ ਗਿਆ। 8 ਦਿਨ ਦੀ ਮੋਹਲਤ ਮੰਗ ਲਈ। ਘਰੇ ਜਾਂਦਾ, ਕਿਤੇ ਜੰਗਲ ਜਾਂਦਾ, ਕਿਤੇ ਬਾਹਰ ਜਾਂਦਾ, ਕਿ ਫੁਰਨਾ ਆ ਜਾਵੇ, ਪਤਾ ਲੱਗ ਜਾਵੇ। ਬੜੀਆਂ ਅਣਮੁੱਲੀਆਂ ਦਾਤਾਂ ਗ੍ਰੰਥਾਂ ਵਿੱਚੋਂ ਸਾਨੂੰ ਸੰਗਤ 'ਚੋਂ ਮਿਲਦੀਆਂ। ਸੰਗ ਭਲੀ ਪ੍ਰਕਾਰ ਗਤ ਪ੍ਰਾਪਤੀ ਕਿਹਦੀ? ਪਰਮੇਸ਼ਰ ਦੀ। ਇਹ ਸੰਗਤ ਦੇ ਅਰਥ ਨੇ। ਸੰਗਤ ਨਾ ਦੇਖੀਏ ਦੂਰ ਹੈ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੌਕਸ਼ ਲਾਗੇ ਦਾਗ। ਕੋ ਸੰਗਤ ਕਰਨੀ ਨਹੀਂ ਤੇ ਸੰਗਤ ਵਿੱਚ ਭੱਜ ਕੇ ਆਉਣਾ ਹੈ। ਕੋ ਸਮਾਂ ਵਿਅਰਥ ਨਾ ਚਲਿਆ ਜਾਵੇ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਉਸ ਮੌਕਾ ਦੇ ਬਾਹਰ ਜੰਗਲ 'ਚ ਫਿਰ ਰਿਹਾ ਸੀ ਉਹ ਪੰਡਿਤ। ਇੱਕ ਮੁਸਲਮਾਨ ਜਾਲੀ ਭੇਡਾਂ ਬੱਕਰੀਆਂ ਚਾਰ ਰਿਹਾ ਹੈ। ਪੰਡਿਤ ਜੀ ਬੜੇ ਉਦਾਸ ਜਿਹੇ, ਉਹ ਚਿਹਰਾ ਘੁਮਾਇਆ ਹੋਇਆ, ਕੀ ਕਾਰਨ ਹੈ? ਵੀ ਰਾਜੇ ਦਰਬਾਰ 'ਚ ਕਥਾ ਕਰਦਾ ਸਾਂ, ਉਪਜੀਵਕਾ ਚੱਲਦੀ ਸੀ। ਉਹਨੇ ਪੁੱਛ ਲਿਆ ਵੀ ਪਾਪ ਦਾ ਬਾਪ ਪਿਓ ਕੌਣ ਹੈ? ਤੇ ਮੈਨੂੰ ਉੱਤਰ ਨਹੀਂ ਆਉਂਦਾ। ਜਾਪਦਾ ਨੌਕਰੀ ਜਾਂਦੀ ਰਹਿਣੀ ਹੈ। ਉਹ ਫਕੀਰ ਹੱਸ ਕੇ ਮੁਸਲਮਾਨ ਕਹਿਣ ਲੱਗਾ, ਇਹ ਕਿਹੜੀ ਗੱਲ ਹੈ? ਕਿਹੜੀ ਮਾਇਆ ਮਗਰ ਲੱਗਾ ਹੈ? ਮੈਂ ਹਾਂ ਮੁਸਲਮਾਨੀ ਮਤ ਦਾ ਫਕੀਰ। ਸ਼ਾਦੀ ਮੈਂ ਕਰਵਾਈ ਨਹੀਂ, ਬੱਚਾ ਮੇਰਾ ਕੋਈ ਨਹੀਂ, ਚੇਲਾ ਕੋਈ ਬਣਾਇਆ ਨਹੀਂ, ਭੇਡਾਂ ਬੱਕਰੀਆਂ ਚਾਰਦਾ ਹਾਂ, ਦੁੱਧ ਪੀ ਛੱਡਦਾ ਹਾਂ, ਤੇ ਤੂੰ ਮੇਰਾ ਪੁੱਤਰ ਚੇਲਾ ਬਣ ਜਾ ਤੇ ਮੈਂ ਤੈਨੂੰ ਪਾਰਸ ਦੇ ਦੇਣਾ। ਮੇਰੇ ਕੋਲ ਪਾਰਸ ਹੈ। ਮਣਾ ਮੂੰਹ 8 ਧਾਤਾਂ ਨੂੰ ਸੁਭਾ ਕੇ ਸੋਨਾ ਬਣਾ ਕੇ ਪੀੜ੍ਹੀਆਂ ਤੱਕ ਨਹੀਂ ਮੁੱਕਣਾ। ਸੋ ਕਹਿੰਦਾ ਜੀ 7 ਵਜੇ ਚੰਗੀ ਗੱਲ ਹੈ। ਸ਼ਰਤ ਇਹ ਹੈ ਕਿ ਭੇਡ ਦਾ ਦੁੱਧ ਚੋ ਕੇ ਮੈਂ ਆਪਣਾ ਜੂਠਾ ਕਰਕੇ ਤੈਨੂੰ ਪਿਆऊँ। ਜੇ ਤੁਸੀਂ ਮੁਸਲਮਾਨ ਤੇ ਨਾਲੇ ਭੇਡ ਦਾ ਦੁੱਧ ਤੇ ਵਰਜਤ ਹੈ ਬ੍ਰਾਹਮਣਾਂ ਵਾਸਤੇ, ਇਸ ਤਰ੍ਹਾਂ ਨਹੀਂ ਹੋ ਸਕਦੀ। ਕਹਿੰਦੇ ਫਿਰ ਮੈਂ ਪਾਰਸ ਨਹੀਂ ਦੇਣਾ। ਬੱਕਰੀਆਂ ਹਕੀਆਂ ਅੱਗੇ ਚਲੇ ਗਿਆ। ਲੋਭ ਦਾ ਗਰਸਿਆ ਹੋਇਆ ਬੜਾ ਪਛਤਾਇਆ, ਮੈਨੂੰ ਨਾ ਨਹੀਂ ਸੀ ਕਰਨੀ ਚਾਹੀਦੀ। ਪ੍ਰਾਚਿਤ ਕਰ ਲੈਂਦੇ, ਗੰਗਾ ਜਾ ਕੇ ਨਹਾ ਲੈਂਦੇ। ਕਹਿੰਦਾ ਜੀ ਮੈਨੂੰ ਮਨਜ਼ੂਰ ਹੈ, ਕਰੋ ਜਿਸ ਤਰ੍ਹਾਂ ਮਰਜ਼ੀ ਹੈ। ਕਹਿੰਦੇ ਹੁਣ ਸ਼ਰਤ ਮਹਿੰਗੀ ਹੋ ਗਈ ਹੈ। ਕਿੰਨੀ ਕੁ? ਭੇਡ ਦਾ ਦੁੱਧ ਚੋਵਾਂਗਾ, ਮੈਂ ਆਪ ਪੀਵਾਂਗਾ, ਆਪਣੀ ਕੁੱਤੀ ਨੂੰ ਪਿਆਵਾਂਗਾ, ਪੈਰ ਦੇ ਛਿੱਤਰ 'ਚ ਪਾਵਾਂਗਾ ਤੇ ਭੇਡ ਦੀਆਂ ਮੇਂਗਣਾ ਪਾਵਾਂਗਾ। ਮੈਂ ਸਾਕੀ ਛੋਟੀ ਕਰਨ ਦਾ ਯਤਨ ਕਰ ਰਿਹਾ, ਫਿਰ ਤੈਨੂੰ ਪੀਣਾ ਪਊ ਤਾਂ ਪਾਰਸ ਮਿਲਣਾ ਹੈ। ਕਹਿੰਦਾ ਜੀ ਜੋ ਮਰਜ਼ੀ ਕਰ ਲਓ, ਮੈਨੂੰ ਪਾਰਸ ਦੇ ਦਿਓ। ਇਸ ਤਰ੍ਹਾਂ ਹੀ ਕੀਤਾ। ਮੇਂਗਣਾ ਵੀ ਪਾਈਆਂ, ਆਪਣਾ ਜੂਠਾ, ਕੁੱਤੀ ਦਾ ਜੂਠਾ ਪੈਰ ਦੇ ਛਿੱਤਰ 'ਚ ਪਾਇਆ, ਲੈ ਪੀ। ਜਦੋਂ ਛਿੱਤਰ ਚੁੱਕ ਕੇ ਮੁੱਖ ਲਾਗੇ ਖੜਿਆ ਪੰਡਤ ਨੇ, ਤੇ ਉਸ ਸਾਧੂ ਮੁਸਲਮਾਨ ਫਕੀਰ ਨੇ ਬਾਂਹ ਫੜ ਲਈ, ਨਾ ਪੀਵੀਂ, ਮੇਰੇ ਕੋਲ ਕੋਈ ਪਾਰਸ ਨਹੀਂ। ਇਹ ਤੇਰੇ ਸਵਾਲ ਦਾ ਉੱਤਰ ਹੈ। ਇਹ ਲੋਭ ਇਹੋ ਜਿਹੀ ਬਿਮਾਰੀ ਹੈ। ਲੋਭਾ ਲੰਪੜ ਬੜੇ ਵੱਡੇ ਸ਼੍ਰੋਮਣੀ ਜਿਨ੍ਹਾਂ ਨੂੰ ਵਸ ਤੋਂ ਇਹ ਵਿਵਸ ਕਰ ਦਿੰਦਾ ਹੈ, ਨਰਗਾਮੀ ਬਣਾ ਦਿੰਦਾ ਹੈ। ਇਸ ਕਰਕੇ ਲਾਲਚ ਤੋਂ ਬਚਣਾ ਚਾਹੀਦਾ ਹੈ। ਜਿੰਨਾ ਵੀ ਹੋ ਸਕੇ ਨੇਕ ਕਮਾਈ ਕਰਨੀ ਤੇ ਹੱਕ ਲੈਣਾ। ਇੱਥੇ ਹਜ਼ੂਰ ਨੇ ਲੋਭ ਦੀ ਗੱਲ ਕੀਤੀ ਹੈ। ਸੋ ਇਸ ਪ੍ਰਕਾਰ ਅਗਲੇ ਸ਼ਲੋਕ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਹੋਰ ਬਖਸ਼ਾਂ ਕਰਦੇ ਹਨ। ਸੋ ਲੋਭ ਆਦਿਕ ਮਹਾਰਾਜ ਸਾਹਿਬ ਜੀ ਕੀ ਕਹਿੰਦੇ ਹਨ ਕਿਰਪਾ ਕਰਕੇ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਨਾ ਕਹੋ ਨਾਨਕ ਦੁੱਖ ਸੁੱਖ ਜੇ ਪਰਸੇ ਨਹੀਂ, ਲੋਭ ਮੋਹ ਮਲ ਭਲਵਾਨ ਨੂੰ ਕਹਿੰਦੇ ਹੈ ਬੇਵਸ ਕੀ, ਵਸ ਤੋਂ ਵਿਵਸ ਕਰ ਦਿੰਦਾ। ਸੋ ਕਾਮ ਕਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਭਿਮਾਨ ਸੋ ਝਾੜਿਓ। ਘੱਟ ਇਹਨਾਂ ਤੋਂ ਕੋਈ ਵੀ ਨਹੀਂ। ਸਮਾਂ ਸੀ, ਇੱਕ ਮਹਾਤਮਾ ਸੀ, ਤਥਾ ਬੰਦਗੀ ਸਿਮਰਨ ਵਾਲਾ ਤੇ ਹਕੀਮੀ ਵੀ ਕਰਦਾ ਸੀ। ਜੇ ਕਿਸੇ ਨੂੰ ਹਲਕਾ ਕੁੱਤਾ ਕੱਟ ਜਾਵੇ, ਉਹਨੂੰ ਮੰਤਰ ਸੁਣਾ ਦੇਵੇ, ਫਿਰ ਹਲਕ ਨਹੀਂ ਸੀ ਹੁੰਦਾ। ਕਦੇ 1 ਆ ਗਿਆ, ਕਦੇ 2 ਆ ਗਏ ਉਹਦੇ ਕੋਲ, ਕਦੇ 4 ਆ ਗਏ। ਸਮਾਂ ਗੁਜ਼ਰਿਆ ਤੇ ਬਹੁਤੇ ਕੁੱਤੇ ਹਲਕੇ ਹੋ ਗਏ ਤੇ ਬਹੁਤੇ ਜਾਣੇ ਉਹ ਮਹਾਤਮਾ ਕੋਲ ਚਲੇ ਗਏ। ਜੇ ਸੁਣਾਓ ਮੰਤਰ, ਸੋਚਿਆ ਹੁਣ ਇਕੱਲੇ ਨੂੰ ਮੰਤਰ ਸੁਣਾਉਂਦਿਆਂ ਸਮਾਂ ਬੜਾ ਲੱਗਣਾ ਹੈ, ਹਲਕੇ ਹੋ ਕੇ ਮਾਰੀ ਨਾ ਜਾਣ। ਕਹਿੰਦਾ ਸਾਰੇ ਅੱਗੇ ਹੋ ਕੇ ਬਹਿ ਜਾਓ ਤੇ ਉੱਚੇ ਥਾਂ 'ਤੇ ਖਲੋ ਕੇ ਤੇ ਸਾਰਿਆਂ ਨੂੰ ਮੰਤਰ ਇੱਕ ਵਾਰੀ ਸੁਣਾਤਾ ਤੇ ਸਾਰਿਆਂ ਦਾ ਲੋਭ ਮੇੜ ਦਿੱਤਾ। ਇਹ ਜੀਵ ਆਤਮਾ ਸੱਚਖੰਡ ਦੀਆਂ ਸਤਯੁਗ ਦੀਆਂ ਚਲੀਆਂ ਆਉਂਦੀਆਂ ਨੇ, ਜੰਮਦੀਆਂ ਮਰਦੀਆਂ। ਕਦੇ ਸਤਯੁਗ ਵਿੱਚ ਸ਼ਾਇਦ ਕਿਸੇ ਨੇ ਵੀ ਨਾ ਕੱਟਿਆ ਹੋਵੇ, ਜੇ ਹੋਊ ਤੇ ਇੱਕ ਅੱਧਾ। ਫਿਰ ਤ੍ਰੇਤੇ ਯੁੱਗ ਵਿੱਚ ਜ਼ਿਆਦਿਆਂ ਨੂੰ ਕੱਟਿਆ, ਦੁਆਪਰ ਹੋਰ ਕੱਟਿਆ, ਤੇ ਕਲਯੁਗ ਵਿੱਚ ਹਨੇਰੀ ਆਈ ਹੈ ਲੋਭੀਆਂ ਦੀ।
धर्म कोई नहीं, जात कोई नहीं, इस प्रकार की हालात बनी हुई है। सो फिर महात्मा ने इस प्रकार सोचिया, गुरु साहब सच्चे पातशाह, मेरा वैद गुरु गोबिंदा हर हर नाम औखद मुख देवे, काटे जम की फंदा, जम दी फाही कटन वाला वैद, सर्व रोग का औखद नाम, औखद दारू, परमेश्वर का नाम सारे दुखों का दारू, तीने ताप निवारण हारा, दुख हंता सुख रास, ताको बिघन न को लागे, जाकी प्रभ आगे अरदास। इस प्रकार आप नारायण धन गुरु नानक पातशाह दसे स्वरूप धारे, साढ़े बहुतियां की यह बीमारी हरकती लोभ की जान के ते सारियां लई साझा मूल मंत्र ते गुरमंत्र परमेश्वर का नाम दे के ते बड़ियां डुबदियां नूं तारिया, ते हुण ते अगे नूं भी जरूर तारनगे। अभिमान नाम है मान हंकार का जीव का सुभाव है। इस प्रकार जदों कोई वस्तु प्राप्त होंदी है, झट मान अभिमान डेरा आ लाउंदा है। बंक दोबारा बंकड़ा बंके का सवार, गर्भ न कीजे नानका मत सिर आवे भार, तीर्थ बरत अर दान कर मन में धरे गुमान, नानक ने फल जात तेह जो कुंचर इशनान कुंचर हाथी, महावत लियाउंदे ने इशनान करवाउंदे ने, पानी चों बाहर कढ़दे ने, अपनी सुंड नाल खे अपने सिर 'ते फिर पा लैंदा है। ये हालात साडी आम तौर पर हो रही है। सतगुरु किरपा करके इन्हां बीमारियां तो बचाउण। लोभ मोह ते हंकार जी की गल गुरु तेग बहादुर पातशाह जी सलोक 'च कर रहे ने। कई बारी बेनती की भी कुझे 'च समुंदर है, इसे सलोक ते ही इन्ना समा लंघ सकता है। प्रबंधकों का भी हुक्म है तो दिन भी आई जाते नेड़े, उस तक सेवा लै लैण महाराज साहब जी। जिहड़ा दुख भी ते सुख भी एक समान बिरती रखता है, धन गुरु तेग बहादुर पातशाह। लोहे का पिंजरा, अंदर नूं कुंडियां तिखियां मुड़ियां, सीधे सिर हो नहीं सकता, ढो लग नहीं सकती। तो महाराज साहब बाहर सिखां के घर में लंगर प्रसाद छकते हैं, तो जमुना के रोज़ इशनान करते हैं। तो सामने अखां दे मती दास गुरु के प्यारे सती राम दयाला जी को शहीद कर दिता है। तो की डर गए, लालच के यतन किए सी कि महाराज साहब मन गए, लालच में आ गए। तुसीं भी परख लिया करो, पहला वस जान के तां कीचे व्यापार, एवें जने खणे अगे ना सिर रखी जाओ। इस प्रकार बड़े ठग दुनिया ते बैठे ने, बड़े चलाक बैठे ने। आप जी कहते कहो नानक सुन रे मन, सो मूर्त भगवान। जिहड़ा इन्हां वस्तुआं तो प्राप्त हो जाता है, तो माड़ियां तो रहत हो जाता है, वो तो भगवान का रूप ही हो जाता है। इस प्रकार सो जो दुख में है दुख नहीं माने, जो नर दुख में दुख नहीं माने। इस प्रकार दुख नूं दुख नहीं मनता, भाणा मनता है। सुख हंसरे और भै नहीं जाके, कंचन माटी माने, कंचन सोना ते मिट्टी एक समान, पत्थर भी इहो जिहा। इस प्रकार कहते साहब सच्चे पातशाह महाराज साहब जी। सो नह निंदिया न उस जाकी, लोभ मोह अभिमाना। अपने स्वार्थ लई किसी की निंदिया नहीं करते, तो बिना वजह तो बिला वजह एवें भकाने वांगू फूक दई जानी, किसी की शोभा भी नहीं करते। उन्हां गुणां दा मालक ना होवे तो पुल बन्नी जाने सिफतां दे, वो भी जोग नहीं। इस प्रकार लोभ मोह इन्हां तो बच के रहिंदे, निंदिया उसकी तो बच के रहिंदे है। लोभ मोह अभिमान मान नूं नहीं छोड़ दिंदे, नेड़े नहीं आउण दिंदे। हरख सोग ते रहे नियारो, नाहे मान अपमाना। कोई अपमान कर देवे, गलत शब्द बोल देवे, कोई मान कर देवे, सरोपे दे देवे। इस प्रकार हरख खुशी ते सोग गमी, इन्हां तो न्यारा जिहड़ा रहिंदा है। आसा मनसा सगल त्यागे, जग में रहे निराशा। आसा पदार्थां दी, मनसा वासना मन विच पैदा हुंदी है, वो वासना खत्म ही कर दित्तियां है। परमेश्वर के नाम तो बिना चाहिदा ही होर कुछ नहीं, मंगते भी नहीं। आस जिंदगी परमेश्वर परायण जिहड़े निभाउंदे ने, इन्हां गुणां वाला सानूं कोई दिसदा, कोई लभदा है? ध्यान देवो, है जरूर है विरले नाही घणे, फैल फकर संसार। जिन्हां दे आसरे धरती खड़ी है, सो गुर किरपा जे नर को कीनी, तेह जुगत पछानी। नानक लीन भयो गोबिंद स्यो, ज्यों पानी संग पानी। ओ हर हर जन दोई एक है, बिब विचार किछ नाहे,
ਜਲ ਤੇ ਉਪਿਤ ਰੰਗ ਜਿਉ ਜਲ ਹੀ ਲਿਖੇ ਸਮਾਹੇ ਭਗਤ ਜੀ ਕਹਿੰਦੇ ਹੈ ਤੂੰ ਕਰਤਾ ਤੂੰ ਹੁਆ ਮੁਝ में रहा न हूँ जब आपा पर का मिट गया जत देखो तत तू जिन्ना ना विसरे नाम सेक लिहिया किहो जे ने हो ਭੇਦ न ਜਾਣੂ ਮੂਲ ਸਾਈਂ ਜਿਹਾ ਰੱਬ ਵਰਗੇ ਬਣ ਜਾਂਦੇ ਰੱਬ ਨੂੰ ਜਪ ਜਪ ਕੇ। ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਿੱਖਿਆ ਸਾਨੂੰ ਦੇ ਰਹੇ ਹਨ। ਉਸ ਤੋਂ ਨਿੰਦਿਆ ਨਾਹੀ ਜੇ ਕੰਚਨ ਲੋਹ ਸਮਾਨ ਸੋਨਾ ਲੋਹੇ ਵਰਗਾ ਪਰ ਤਨ ਪਾਹਨ ਤੁਲ ਤੇਰਿਆ ਪਰ ਮਾਤ ਹਮਾਰੇ। ਰਾਇਆ ਧਨ ਜਿਹੜਾ ਪੱਥਰ ਦੀ ਨਹੀਂ ਆਈ ਹੈ, ਅਸੀਂ ਨਹੀਂ ਚੁੱਕਣਾ, ਸਾਨੂੰ ਨਹੀਂ ਇਹਦੀ ਲੋੜ। ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਸਾਡੀਆਂ ਮਾਤਾਵਾਂ ਨੇ ਇਹੋ ਜਿਹੀ ਬਿਰਤੀ ਵਾਲਾ ਕੋਈ ਲੱਭ ਸਕਦਾ ਹੈ? ਧਿਆਨ ਦੇਵੋ, ਹੈਗੇ ਨੇ, ਲੱਭਣਾ ਬੜਾ ਮੁਸ਼ਕਲ ਹੈ। ਇਹਨਾਂ ਝੂਠਿਆਂ ਤੇ ਕੂੜਿਆਂ ਤੇ ਪਖੰਡੀਆਂ ਦੀ ਵਾੜ ਅੰਦਰ ਸੱਚੇ ਲੁਕੇ ਬੈਠੇ ਨੇ, ਆਪਣਾ ਆਪ ਜ਼ਾਹਰ ਨਹੀਂ ਕਰਦੇ। ਸਮਾਂ ਆਉਣ ਤੋਂ ਪਤਾ ਲੱਗਦਾ ਹੈ। ਕਹੋ ਨਾਨਕ ਸੁਣ ਰੇ ਮਨ ਮੁਕਤ ਤਾਹੇ ਤਹਿ ਜਾਨ। ਉਸ ਨੂੰ ਮੁਕਤ ਰੂਪ ਜਾਣਨਾ ਕਰੋ, ਜਿਉਂਦਾ ਹੀ ਮੁਕਤ ਹੈ, ਮਰ ਕੇ ਵੀ ਮੁਕਤ ਹੋਣਾ ਹੈ। ਇਕੱਲੇ ਆਪ ਨਹੀਂ, ਆਪਣੀ ਸ੍ਰਿਸ਼ਟੀ ਦੇ ਸਾਥੀਆਂ ਨੂੰ ਸੰਬੰਧੀਆਂ ਨੂੰ ਵੀ ਤਾਰ ਲੈਂਦੇ, 21 ਕੁਲਾਂ ਵੀ ਤਾਰ ਲੈਂਦੇ ਹੈ। ਸਤ ਦਾਟ ਕੇ ਸਤ ਨਾਨਕੇ ਸਤ ਸਹੁਰੇ 101 ਕੁਲ ਵੀ ਤਾਰ ਲੈਂਦੇ ਹੈ। ਸੁਰਸੁਰਤੀ ਸਮਰਤੀਆਂ 'ਚ ਲਿਖਿਆ ਹੋਇਆ ਪਿਤਾ ਸਾਜ 24 20 ਮਾਤਾ ਕੇ ਜਾਣੋ ਖੋਰ ਸੁਤਰਾ ਮਹਾਨ। ਦਵਾਸੁ ਦਾ ਪਛਾਣੋ 11 ਭੈਣ 10 ਭੂਆ ਕੇ ਲੇਖੇ। ਮਾਤ ਭੈਣ ਕੁਲ 8 ਸੁਰਤੀ ਸਿਬਰਤ ਬਸੇਖੇ। ਸਤਿਯੋਗ ਕਾ ਨਿਆਉ ਸੁਣ ਇੱਕ ਸੇਵੇ ਸਭ ਦੇਸ਼ ਇੱਕ ਫੇੜੇ ਸਭ ਦੇਸ਼ ਮਰਾਵੇ। ਤ੍ਰੇਤੇ ਨਗਰੀ ਪੀੜੀਏ ਦਵਾਪਰ ਵੰਸ਼ ਕੋ ਹੰਸ ਕੁਹਾਵੇ। ਕਲਯੁਗ ਜੋ ਫੇੜੇ ਸੋ ਪਾਵੇ। ਕਿਤੇ ਸਰਯੁਗ ਬੜਾ ਚੰਗਾ ਸੀ, ਨਿਆਂ ਸੁਣ ਲਓ। ਪਾਪ ਕਰਮ ਇੱਕ ਨੇ ਕੀਤਾ ਤੇ ਦੰਡ ਸਾਰੇ ਦੇਸ਼ ਨੂੰ। ਇਹ ਠੀਕ ਹੈ? ਕਹਿੰਦੇ ਨਹੀਂ, ਠੀਕ ਨਹੀਂ। ਤ੍ਰੇਤੇ ਯੁੱਗ ਵਿੱਚ ਜਿਸ ਨਗਰ ਵਿੱਚ ਰਹਿਣ ਵਾਲੇ ਨੇ ਮਾੜਾ ਕੰਮ ਕੀਤਾ ਹੈ, ਉਹਦੇ ਸਾਰੇ ਸ਼ਹਿਰ ਨਗਰ ਨੂੰ ਦੰਡ ਦੇ ਦਿਓ, ਬਿਮਾਰੀ ਪਾ ਦਿਓ। ਤੇ ਦਵਾਪਰ ਵਿੱਚ ਉਹਦੀ ਕੁਲ ਦੇ ਜੀਵਾਂ ਨੂੰ ਦੰਡ ਦੇ ਦਿਓ। ਇਹ ਤਿੰਨੇ ਨਿਆਂ ਠੀਕ ਨਹੀਂ। ਕਲਯੁਗ ਕਹਿੰਦਾ ਮੈਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗਾ। ਇਹ ਕਰ ਕਰੇ ਤੋ ਹੈ ਕਰ ਪਾਏ। ਕਰ ਹੱਥ ਦੋ, ਜਿਹੜਾ ਅੱਗ ਵਿੱਚ ਪਾਵੇਂਗਾ ਉਹਨੂੰ ਸੇਕ ਲੱਗੂ, ਦੂਜੇ ਨੂੰ ਨਹੀਂ। ਸਕੇ ਭਰਾ ਕਿਉਂ ਨਾ ਹੋਣ। ਚੰਗੀ ਪਰਉਪਕਾਰੀ ਮਨ ਵਿੱਚ ਸੋਚੀ ਹੈ ਕਰਨ ਵਾਸਤੇ, ਦ੍ਰਿੜ ਨਿਸ਼ਚਾ ਬਣਾਇਆ, ਕਰ ਨਹੀਂ ਸਕਿਆ ਤੇ ਫਲ ਮਿਲ ਜਾਊ। ਪਾਪ ਸੋਚਿਆ ਕਰਨ ਲਈ ਪਰ ਹੋ ਨਹੀਂ ਸਕਿਆ ਤੇ ਉਹਦਾ ਪਾਪ ਨਹੀਂ ਲੱਗੂ। ਇਸ ਕਰਕੇ ਕਿਹਾ ਬਾਣੀ ਵਿੱਚ ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਗੁਰੂ ਆਗਿਆ ਵਿੱਚ ਤੂੰ ਚੱਲ, ਕਲਯੁਗ ਊਤਮੋ ਇਹਾਂ ਜੁਗਾਂ ਮਾਹੇ। ਉਤਮ ਹੈ ਦੂਜੇ ਯੁੱਗਾਂ ਨਾਲੋਂ। ਜਿਹੜਾ ਕਰੂ ਉਹੀ ਪਾਊਗਾ ਤੇ ਭਲੇ ਮਗਰ ਦੂਜਿਆਂ ਦਾ ਭਲਾ ਜ਼ਰੂਰ ਹੋਵੇਗਾ। ਇਸ ਪ੍ਰਕਾਰ ਹਰਖ ਸੋਗਦੇ ਰਹੇ ਨਿਆਰੋ। ਨਾ ਹੀ ਮਾਨ ਅਪਮਾਨ। ਇਸ ਪੰਕਤੀ ਦੀ ਵਿਚਾਰ ਆਪ ਦੇ ਸਮੱਖ ਰੱਖੀ ਹੈ। ਹਰਖ ਖੁਸ਼ੀ ਵੇਲੇ ਬਹੁਤੇ ਖੁਸ਼ ਨਹੀਂ ਹੋਣਾ ਤੇ ਸੋਗ ਵੇਲੇ ਬਹੁਤੀ ਗਮੀ ਨਹੀਂ ਮਨਾਉਣੀ ਤੇ ਬੈਰੀ ਨੂੰ ਮਿੱਤਰ ਸਮਾਨ ਸਮਝਣਾ ਹੈ। ਸਾਡਾ ਸੁਭਾਅ ਹੈ ਜਰਾ ਕਿ ਬੱਚੇ ਨੇ ਜਨਮ ਲੈ ਲਿਆ, ਸ਼ਾਦੀ ਵਿਆਹ ਹੋ ਗਿਆ, ਗੰਦੇ ਦੋਹੜੇ ਰਿਕਾਰਡ, ਬੱਕਰੇ ਕੁੱਕੜ ਵੱਢ ਵੱਢ, ਸ਼ਰਾਬਾਂ ਪੀ ਪੀ ਆਂਢ ਗਵਾਂਢ ਨੂੰ ਦੁਖੀ ਕਰ ਦੇਣਾ। ਇਹ ਕਿੱਧਰ ਦੀ ਸਿਆਣਪ ਹੈ? ਜਰਾ ਕੋਈ ਵਿਛੜ ਜਾਵੇ, ਸਰੀਰ ਛੱਡ ਜਾਵੇ ਤੇ ਫਿਰ ਸਾਲਾਂ ਬੱਧੀ ਰੋਈ ਜਾਣਾ। ਹੁਣ ਸੌਣ ਰੋਣ ਜਾਣਾ, ਹੁਣ ਫਲਾਣਾ ਰੋਣ ਜਾਣਾ ਹੈ। ਨਹੀਂ, ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾ ਲੋ। ਵਲੇਵੇ ਕਾਰਨ ਬਾਬਾ ਰੋਈਏ ਰੋਵਣ ਸਗਲ ਬਿਕਾਰੋ। ਰੋਣਾ ਬੇਕਾਰ ਹੈ, ਨਹੀਂ ਰੋਣਾ ਚਾਹੀਦਾ। ਮਰ ਗਏ ਪ੍ਰਾਣੀ ਵਾਸਤੇ ਵੀ ਮਾੜਾ ਤੇ ਆਪਣੇ ਪਰਿਵਾਰ ਦੇ ਅੱਖਾਂ ਵਾਸਤੇ ਵੀ ਮਾੜਾ। ਵਿਜੇ ਮੁਕਤ 100 ਸਾਖੀ ਵਿੱਚ ਲਿਖਿਆ ਹੈ ਕਿ ਜਿੱਥੇ ਕੋਈ ਪ੍ਰਾਣੀ ਸਰੀਰ ਛੱਡ ਜਾਵੇ ਤੇ ਉੱਥੇ ਬਹੁਤੇ ਜਦੋਂ ਰੋਂਦੇ ਨੇ ਤੇ ਜੰਮ ਜਿਹੜਾ ਹੈ ਉਹ ਇਸ ਤਰ੍ਹਾਂ ਉੱਥੇ ਆ ਕੇ ਮੇਰਿਆਂ ਕੰਧਾਂ 'ਤੇ ਬਹਿ ਜਾਂਦਾ ਜਿਵੇਂ ਕਰੰਗ ਦਿਵਾਲੀ ਇੱਲਾਂ ਬਹਿੰਦੀਆਂ। ਇਹ ਕਿੰਨਾ ਕੁ ਨਿਸ਼ਾਨ ਹੈ ਰੋਣ ਵਿੱਚ। ਭਾਣਾ ਮੰਨਣਾ ਚਾਹੀਦਾ ਹੈ। ਜਪਜੀ ਸਾਹਿਬ ਦੇ ਪਾਠ ਕਰੋ, ਸੁਖਮਨੀ ਸਾਹਿਬ ਦੇ ਕਰੋ, ਵਾਹਿਗੁਰੂ ਜਾਂ ਮੂਲ ਮੰਤਰ ਕਰੋ ਉਸ ਪ੍ਰਾਣੀ ਦੇ ਨਿਮਿੱਤ। ਰੋਣ ਨਾਲ ਤੇ ਸਹਾਇਤਾ ਨਹੀਂ ਹੋਣੀ। ਬਾਣੀ ਸਹਾਇਤਾ ਕਰਨ ਵਾਲੀ ਹੈ ਲੋਕ ਤੇ ਪ੍ਰਲੋਕ ਵਿੱਚ। ਕਹੋ ਨਾਨਕ ਸੁੰਦਰੇ ਮਨਾ ਮੁਕਤ ਤਾਹੀ ਤਹਿ ਜਾਨ। ਧੰਨ ਗੁਰੂ ਤੇਗ ਬਹਾਦਰ ਸਿੱਖਿਆ ਦੇ ਰਹੇ ਨੇ, ਉਹਨੂੰ ਜਿਉਂਦੇ ਨੂੰ ਮੁਕਤ ਮੰਨ ਲਓ ਤੇ ਮਰ ਕੇ ਤੇ ਉਹਨੇ ਅਵਸ਼ ਮੁਕਤ ਹੋਣਾ ਹੀ ਹੈ। ਆਪਣੇ ਸੰਬੰਧੀ ਰਿਸ਼ਤੇਦਾਰ ਤਾਂ ਸੰਤ ਕੀ ਗੈਲ ਨਾ ਛੋਡੀਏ।
मार्ग लागा जाओ, पेखत ही पुनीत होए, भेड़ जपिए नाओ, गैल लागा नेड़ा, महात्मा दा ना छड्डो। सो इस प्रकार जदों सिक्ख्या देणगे, चंगी देणगे। वैरी होवे दुश्मन, वह बैरी है ही कोई नहीं, ना कोई बैरी नहीं बेगाना। सगल संग हम को बनियाई, चंगी सिक्ख्या देणगे, माड़ी नहीं कदे देणगे। इस प्रकार कहो नानक सुन रे मना, ज्ञानी ताही बखान। मेरे मना प्यारिਆ सुन ਲੈਣਾ ਕਰ, ਉਸ ਨੂੰ ਗਿਆਨਵਾਨ ਕਿਹਾ ਜਾਂਦਾ ਹੈ। ਇਹ ਨਹੀਂ ਕਿ ਨੀਲੀ ਪੱਗ ਬੰਨ ਲਈ, ਦਾੜੀ ਛੱਡ ਲਈ ਤੇ ਗਿਆਨੀ ਬਣ ਗਿਆ। ਜੇ ਗਿਆਨ ਹੈ ਨਹੀਂ ਤੇ ਕਿਸੇ ਨੂੰ ਕੋਈ ਗਿਆਨ, ਕਿਸੇ ਨੂੰ ਕੋਈ ਗਿਆਨ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ शुभ सिक्ख्यावां ਆਪਾਂ ਨੂੰ गुरु तेग बहादुर पातशाह दे रहे ने, पर नाम अपना नहीं वरतते, नाम गुरु नानक पातशाह का वरतते है। अगला श्लोक, जिह बिखिया सगली तजी, लियो भेख बैराग जिस पुरुष ने। इस प्रकार बिखिया विषय विकार ते बिखिया माया तजी छड्डी हुई है, वासना छड्डियां हुई, मन चों कढ़ दित्तियां हुई। तो फिर इस तरह खुश रहिंदे ने, नित दिवाली साध की, अठो पहर बसंत, सदा खुशियां ते खेड़ियां नूं माणदे ने। अते उसने भी विराग धारण कर लिया है, याद रखिया भी मौर सिर ते है ते मारी जाना, किहड़ा रहना। जां रहना नाही ऐत जग, तां काहीं तो गारब हंडी। फिर गर्भ कादा, फिर हंकार कादा, फिर मान कादा। विराग बिरती विच जिंदगी बतीत करते ने। इस प्रकार आप जी कहते कही दा कहे जाते हैं। इस प्रकार फरीदा पाड़ पटोला धज करी, ले कंबली पहराए, जिन्नी वेसी सौह मिले सही वेस करे। पाड़ पटोला धज करी, धजा कर देंदे ने ते कंबली माड़ी मोटी लैके जी जिंदगी बतीत कर देंदे ने। इस प्रकार मार कंडे ते को अधकाई, जिन तिरन तर मूड बुलाए। लख वरियां दी आरजा, कोठे कोड़न मंडप साजे। करन तपस्या बन विखे, वक्त गुजारन पिन्नी सागे। मार कंडा लिखी होया है, बड़ी लंबी उम्र लखां सालों तो भी वध हुई है। एक पला होला जिहा बनाया सी, सूरज चढ़दे ते आप लैंदे हो गए, सूरज लैंदे ते आप चढ़दे हो गए, सिर रुका लिया। सो कोठे कोट मंडप नहीं सी बनाउंदे। जे कोई कहंदा तां कहंदे किहड़ा जिउंदे रहना, मर ही जाना है। 4 दिन दे प्राहुणे दुनिया ते आए हैं। इस प्रकार ना लाल कोई लै आयो, इहो धन ना को लै जात। रावण हूँ ते अधक छत्रपत, खिन में गए बिलात। जो तुमरे हर होते स्वामी, तिनके जापो जाप। उपदेश कहत नानक जन तुमको, जो सुनो तो जाए संताप। ਇਹੋ ਜਿਹੀਆਂ ਬਿਮਾਰੀਆਂ ਤੋਂ ਰਹਿਤ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ, ਜਿਨ੍ਹਾਂ ਕੋਲ ਪਰਮੇਸ਼ਰ ਦਾ ਨਾਮ ਹੋਵੇ, ਬਾਣੀ ਸਿਮਰ ਹੋਵੇ। ਕਹੋ ਨਾਨਕ ਸੁਣ ਰੇ ਮਨਾ, ਤਿਹ ਨਰ ਮਾਥੇ ਭਾਗ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੇ ਵੱਡੇ ਸਤਿਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈਂਦੇ ਹੈ। ਇਹ ਮੇਰੇ ਮਨਾ ਪਿਆਰਿਆ, ਤੂੰ ਕੰਨ ਦੇਖ ਕੇ ਸੁਣਨਾ ਕਰ। ਸੋ ਉਹਦੇ ਮੱਥੇ ਦੇ ਭਾਗ ਚੰਗੇ ਹੋਣਗੇ, ਜਿਹੜਾ ਇਸ ਅਵਸਥਾ ਨੂੰ ਪ੍ਰਾਪਤ ਹੋਵੇਗਾ। ਤੇ ਬੜੀ ਮੁਸ਼ਕਿਲ ਦੀ ਗੱਲ ਹੈ, ਬੜਾ ਔਖਾ ਪੈਂਦਾ ਹੈ। ਜੇ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਮਮਤਾ ਮੇਰੀ, ਮਾਇਆ ਦੀ, ਜੈਦਾਦ ਦੀ, ਸੰਬੰਧੀਆਂ ਦੀ, ਡਿਗਰੀ ਦੀ, ਜਿੰਨੇ ਛੱਡ ਦਿੱਤੀ ਹੋਈ ਹੈ। ਜੇ ਨਹੀਂ ਛੱਡੀ ਫਿਰ ਮੇਰੀ ਮੇਰੀ ਧਾਰੀ, ओहा पैर लोहारी लोहे की बेड़ी मेरी मेरी वाली ये दुनिया ते मेरी मेरी करते जगत गयो जन्म गयो। ये हालात है जीव की। माया तज दी माया की ममता तज दी है। माया नूं वरतिया चंगे पासे लाया हक लिया नेक कमाई की सबना तो उदास चार सवेरे उदास संबंधियों वालों उदास माया वालों उदास उदासी भागा ना पै प्राप्त होंदी है। तो खास करके मौत वेख के उदासी पैदा होंदी है। जिन्ना महापुरखों की कृपा जरूर होनी चाहिए सारिਆਂ ते। सो वो शरीर भी एवें दसिया करते सी कि कोई प्राणी शरीर छड्ड दे ते उहदे नरोवे दे नाल चिखा तक जाना। जिहड़ा सौख प्राणी नाल चल जाऊ वो मुक्त हो जाऊ। कारण की कि विराग पैदा हो चेते आओ साडे वडेरे भी इवें गए ने असीं भी इवें जाना। पर उसी के जो हुआ तो सो अपने भी जान।
ਮੌਤ ਚੇਤੇ ਆਉਂਦੀ ਹੈ, ਮੌਤ ਮਗਰੋਂ ਵਿਰਾਗ ਪੈਦਾ ਹੁੰਦਾ, ਵਿਰਾਗ ਮਗਰੋਂ ਤਿਆਗ ਪੈਦਾ ਹੁੰਦਾ ਹੈ। ਤੇ ਜਿਹੜਾ ਸੌਖ ਬਰਾਤ ਨਾ ਚਲੇ ਜਾਵੇ ਉਹ ਕਦੇ ਮੁਕਤ ਨਹੀਂ ਹੁੰਦਾ। ਇਸ ਪ੍ਰਕਾਰ ਗੁਰਮੁਖੋ ਸਾਦੇ ਪੁਣੇ ਵਿੱਚ, ਨਿਮਰਤਾ ਮਨ ਦੀ ਵਿੱਚ ਸਭ ਕੁਛ ਹੈ। ਮਾਇਆ ਦੀ ਮਮਤਾ ਛੱਡ ਦਿੱਤੀ ਹੈ। ਇਸ ਪ੍ਰਕਾਰ ਸਭ ਵਸਤੂਆਂ ਵੱਲੋਂ, ਸਰੀਰ ਵੱਲੋਂ ਉਦਾਸ, ਸੰਸਾਰ ਵੱਲੋਂ ਉਦਾਸ। ਕਹੋ ਨਾਨਕ ਸੁਣ ਰੇ ਮਨ, ਤੇਹ ਘਟ ਬ੍ਰਹਮ ਨਿਵਾਸ। ਘਟ ਅੰਧਿਸ਼ ਕਰਨ ਹਿਰਦੇ ਵਿੱਚ ਸਰਵ ਵਿਆਪੀ ਰਮੇ ਹੋਏ ਬ੍ਰਹਮ ਦਾ ਨਿਵਾਸ ਵਾਸਾ ਹੋ ਜਾਂਦਾ ਹੈ। ਜਿਹਦੀ ਇਹੋ ਜਿਹੀ ਅਵਸਥਾ ਬਣ ਜਾਵੇ। ਇਹ ਦੁਨੀਆ 'ਚ ਫਿਰਦਿਆਂ, ਖੇਹ ਛਾਣਦਿਆਂ, ਲੱਭਦਿਆਂ, ਕੋਈ ਲੱਭੋ, ਧਿਆਨ ਦੇਵੋ, ਸੋਚੋ, ਲੱਭ ਸਕਦਾ ਕੋਈ? ਹੈਗੇ ਜ਼ਰੂਰ ਹੈ। ਧਰਮੀ, ਸੰਤੋਖੀ ਤੇ ਦਇਆਵਾਨ, ਜਿਨ੍ਹਾਂ ਦੇ ਆਸਰੇ ਧਰਤੀ ਖੜੀ ਹੈ। ਹੋਰ ਕੋਈ ਬਲਦ ਨਹੀਂ ਤੇ ਕੋਈ ਹਾਥੀ ਨਹੀਂ ਤੇ ਕੋਈ ਸ਼ੇਤਨਾਗ ਨਹੀਂ। ਸੋ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛਾੜੀਏ, ਜਬ ਜਬ ਲਾ ਕਟ ਮੈਂ ਪ੍ਰਾਣ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜਿਸ ਦੇ ਆਸਰੇ ਧਰਤੀ ਖੜੀ ਹੈ, ਹਜ਼ੂਰ ਸੱਚੇ ਪਾਤਸ਼ਾਹ ਧਰਮੀ, ਸੰਤੋਖੀ ਤੇ ਦਇਆਵਾਨ। ਇਹ ਬੰਦੇ ਨੇ ਹੋਣਾ ਕਿ ਪਸ਼ੂ ਜਾਨਵਰ ਨੇ ਹੋਣਾ ਹੈ। ਜਿਹਦੀ ਜੂਨ ਕਿਸੇ ਨੇ ਦੇਤੀ ਰੱਬ ਨੇ ਕਿਸੇ ਨੂੰ, ਉਹਨੇ ਤਾਂ ਉਹੀ ਭੋਗਣੀ, ਉਹਨੂੰ ਪਾਪ ਵੀ ਕੋਈ ਨਹੀਂ। ਜੋ ਕੁਛ ਕਰਦਾ ਬੰਦਾ ਕਰਦਾ ਤੇ ਕੀਤਾ ਵੀ ਇਹਨੂੰ ਹੀ ਪਾਉਣਾ ਪੈਂਦਾ। 84 ਫਿਰ ਇਹੋ ਹੀ ਭੋਗਦਾ। ਜਹ ਪ੍ਰਾਨੀ ਹਉਮੈ ਤਜੀ, ਕਰਤਾ ਰਾਮ ਪਛਾਣ। ਹਉਮੈ ਹਗਤਾ ਮੈਂ ਮੇਰੀ ਛੱਡ ਦਿੱਤੀ ਹੈ। ਟਟੋਲੀ ਦੀ ਤਰ੍ਹਾਂ ਕਿ ਮੈਂ ਹੀ ਸਮਾਨ ਸੰਭਿਆ ਹੈ। ਤਾਜ ਦਿੱਤੀ ਹਉਮੈ ਹਗਤਾ ਮਮਤਾ। ਮੇਰਾ ਮੁਝ ਮੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਕਰਤਾ ਰਾਮ, ਰਮੇ ਹੋਏ ਪਰਮੇਸ਼ਰ ਨੂੰ ਸਭ ਸ੍ਰਿਸ਼ਟੀ ਦਾ ਕਰਤਾ ਸਮਝਿਆ, ਕਰਨ ਵਾਲਾ। ਕਰ ਹੱਥ ਦੇ ਕੇ ਤਾੜਨ ਵਾਲਾ। ਤੇ ਜਿਹਦੇ ਹੱਥ ਵਿੱਚ ਡੋਰ ਹੈ ਸਾਰੇ ਜੀਵਾਂ ਦੀ ਪਰਾਲਬਧ ਰੂਪੀ। ਪ੍ਰਭ ਡੋਰੀ ਹੱਥ ਤੁਮਾਰੇ, ਜੇ ਕਰਾਵੀਂ ਸੋ ਕਰਨਾ। ਨਾਨਕ ਦਾਸ ਤੇਰੀ ਸਰਣਾ। ਇਸ ਪ੍ਰਕਾਰ ਕਰਤਾ ਪੁਰਖ ਰਾਮ ਰਮੇ ਹੋਏ ਪਰਮੇਸ਼ਰ ਨੂੰ ਪਛਾਣਿਆ ਹੈ, ਉਹਨੂੰ ਜਾਣਿਆ, ਕਿਸੇ ਬੰਦੇ ਨੂੰ ਨਹੀਂ। ਉਹੀ ਸਹਾਇਤਾ ਕਰ ਸਕਦਾ ਸਾਰੀ ਥਾਈ। ਕਹੋ ਨਾਨਕ ਬਹੁ ਮੁਕਤ ਨਰ, ਇਹ ਮਨ ਸਾਚੀ ਮਾਨ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿ ਰਹੇ ਨੇ, ਬੋਲਣ ਵਾਲੀ ਕਿਸੇ ਦੀ ਜਰਸਾ ਕਿਉਂ ਨਾ ਹੋਵੇ, ਮੇਰੇ ਵਰਗੇ ਨਿਕੰਮੇ ਦੀ ਕਿਉਂ ਨਾ ਹੋਵੇ। ਕਹਿ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ। ਸੋ ਉਸ ਮੂਰਖ ਨੂੰ ਜਿਉਂਦੇ ਨੂੰ ਵੀ ਮੁਕਤ ਮੰਨੋ ਤੇ ਮਰ ਕੇ ਵੀ ਮੁਕਤ ਹੋਣਾ ਹੈ। ਭੈ ਨਾਸਨ ਦੁਰਮਤ ਹਰਨ, ਭੈ ਨਾਸਨ ਦੁਰਮਤ ਹਰਨ। ਕਲ ਮੈਂ ਹਰ ਕੋ ਨਾਮ, ਭੈ ਡਰ ਨਸ ਜਾਵੇ। ਦੁਰਮਤ ਖੋਟੀ ਮਤ, ਹਰ ਨਾਸ ਹੋ ਜਾਵੇ, ਚਲੀ ਜਾਵੇ। ਕਲਯੁਗ ਵਿੱਚ ਨਾਮ ਪਰਮੇਸ਼ਰ ਕਾਲ ਪੁਰਖ ਦਾ। ਅਬ ਕਲੂ ਆਇਓ ਰੇਕ ਨਾਮ ਵੋਹ ਆਨ ਰੁਤ ਨਾਹੀ ਮਤ ਭਰਮ। ਭੂਲੋ ਭੂਲੋ ਸਤਿਯੁਗ ਸਤ ਤ੍ਰੇਤਾ ਜਗੀ। ਦਵਾਪਰ ਪੂਜਾ ਚਾੜ, ਤੀਨੇ ਜੁਗ ਤੀਨੋਂ ਜੜੇ। ਕਲ ਕੇਵਲ ਨਾਮ ਆਧਾਰ, ਭੈ ਨਾਸਨ ਦੁਰਮਤ। ਮਤਾਂ ਕਿੰਨੀ ਤਰ੍ਹਾਂ ਦੀਆਂ ਨੇ? ਦੁਰਮਤ, ਅਨਮਤ, ਮਨਮਤ, ਗੁਰਮਤ। ਦੁਰਮਤ ਉਹਦੀ ਹੈ, ਦੁਰਮਤ ਮਦ ਜੋ ਪੀਵਦੇ। ਬਿਖਲੀ ਪਤ ਕਮਲੀ, ਬਿਖਲੀ ਵੇਸਵਾ ਦੇ ਪਤੀ। ਸੋ ਮਦ ਸ਼ਰਾਬ ਆਦਿ ਪੀਣ ਵਾਲੇ, ਨਸ਼ੇ ਵਰਤਣ ਵਾਲੇ, ਇਹ ਦੁਰਮਤ ਹੈ, ਖੋਟੀ ਮਤ ਹੈ। ਮਨ ਕੀ ਮਤ ਤਿਆਗੋ, ਹਰਖ ਭਾਵ ਜਾਣਨਾ ਕਰੋ। ਤੇ ਅਨਮਤ ਹੁੰਦਾ ਹੈ ਆਪਣੀ ਮਤ ਨਹੀਂ ਵਰਤਣੀ, ਦੂਜੇ ਅਨ ਹੋਰ ਦੂਜੇ ਦੀ ਮਤ ਵਰਤਣੀ। ਜਿੰਨੇ ਕੋ ਮਤ ਦੇਤੀ ਉਸ ਪਾਸੇ ਤੁਰ ਪੈਣਾ। ਸਿਆਣਿਆਂ ਦਾ ਖਾਣ ਜਿੰਨੀ ਲਾਈ ਗੱਲੀ, ਉਹਦੇ ਨਾਲ ਹੀ ਉੱਠ ਚੱਲੀ ਦੀ ਹਾਲਾਤ। ਅਨਮਤ ਤੇ ਮਨਮਤ ਹੁੰਦੀ ਹੈ, ਕੋਈ ਜਿੰਨੀਆਂ ਮਰਜ਼ੀ ਸਿਰ ਦੀਆਂ ਠੀਕਰੀਆਂ ਭੰਨ ਲਓ, ਸੰਗਤ ਵਿੱਚ ਵੀ ਆਈ ਜਾਣਾ, ਸੁਣੀ ਵੀ ਜਾਣਾ ਤੇ ਪੱਲੇ ਝਾੜ ਜਾਣੇ। ਮਨ ਦੀ ਮਰਜ਼ੀ ਕਰਨੀ, ਕਿਸੇ ਦੀ ਮਤ ਗ੍ਰਹਿਣ ਕਰਨੀ ਨਹੀਂ। ਮਨਮਤੀ ਵੀ ਨਹੀਂ ਬਣਨਾ ਤੇ ਅਨਮਤੀ ਵੀ ਨਹੀਂ ਮਰਨਾ ਤੇ ਦੁਰਮਤੀ ਵੀ ਨਹੀਂ ਬਣਨਾ। ਤੇ ਫਿਰ ਗੁਰਮਤੀ ਬਣਨਾ ਹੈ। ਉਹਨੂੰ ਗੁਰਮੁਖ ਕਿਹਾ ਜਾਂਦਾ ਹੈ। ਜੋ ਸੁਣਿਆ ਗੁਰੂ ਰਸਨਾ ਤੋਂ, ਉਹ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲੈਣਾ ਹੈ ਤੇ ਮਾੜੀਆਂ ਮੱਤਾਂ ਦੂਜਿਆਂ ਨੂੰ ਛੱਡ ਦੇਣਾ ਹੈ, ਸੁਣੀ ਅਨਸੁਣੀ ਕਰ ਦੇਣੀ। ਇਸ ਪ੍ਰਕਾਰ ਉਹ ਜੀਵ ਜਿਉਂਦਾ ਪੁਰਖ ਮੁਕਤ ਹੋ ਜਾਂਦਾ ਹੈ, ਮਰ ਕੇ ਵੀ ਉਹਨੇ ਮੁਕਤ ਹੋਣਾ ਹੈ। ਤੇ ਆਪ ਤਰਨ ਤਰੇੜ ਸ੍ਰਿਸ਼ਟਾ, ਸਾਥੀਆਂ ਨੂੰ ਵੀ ਤਾਰ ਲੈਂਦੇ ਨੇ। ਪਰ ਭਾਗਾਂ ਤੋਂ ਬਿਨਾਂ ਇਹੋ ਜਿਹੀ ਸੰਗਤ ਮਿਲਦੀ ਨਹੀਂ, ਮਹਾਤਮਾ ਲੱਭਦੇ ਨਹੀਂ। ਸਿਆਣੇ ਕਹਿੰਦੇ ਬੂਟੇ ਬੂਟੇ ਸ਼ੇਰ ਨਹੀਂ, ਪਰ ਝੱਲ ਖਾਲੀ ਵੀ ਨਹੀਂ। ਹੈਗੇ ਨੇ
ਸਾਧ ਰੂਪ ਆਪਣਾ ਤਨ ਧਾਰਿਆ, ਮਹਾਂ ਅਗਨ ਤੇ ਆਪ ਉਬਾਰਿਆ। ਬਚਾਉਣ ਵਾਲਾ ਹੈ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤੇ ਕਾਮ। ਨਿਸ ਰਾਤ ਨੂੰ ਕਹਿੰਦੇ ਆ। ਦਿਨ ਜਿਹੜੇ ਸਾਲ ਦੇ 365 ਨੇ, ਇੰਨੀਆਂ ਰਾਤਾਂ। ਹਰੀ ਦਾ ਭਜਨ ਇਹ ਨਾ ਹੋਵੇ ਰੈਣ ਗਵਾਈ, ਸੋਏ ਕੇ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਕਿੰਨਾ ਜ਼ਿੰਦਗੀ ਦਾ ਸਮਾਂ ਸੁੱਤਿਆਂ ਲੰਘ ਜਾਂਦਾ ਹੈ। ਸੌਣਾ ਜ਼ਰੂਰੀ ਹੈ, ਪਰ ਜੋਗ ਜੋਗ ਦਿਮਾਗ ਦਾ ਥਕੇਵਾਂ ਨੀਂਦ ਹੀ ਲਾਉਂਦੀ ਹੈ। ਨਿਸ ਰਾਤ ਨੂੰ ਵੀ ਰਹਿ ਰਾਸ ਕੀਰਤਨ ਸੋਹਲਾ, ਦਿਨ ਨੂੰ ਵੀ ਨਿਤਨੇਮ ਦੀਆਂ ਬਾਣੀਆਂ। ਜਿੰਨੀਆਂ ਵੱਧ ਤੋਂ ਵੱਧ ਪੜ੍ਹ ਲਓ, ਕੋਈ ਹੱਦ ਬੰਨਾ ਨਹੀਂ ਕਿ ਕੇਵਲ ਇੰਨੀਆਂ ਹੀ ਨੇ, 5 ਹੀ ਨੇ ਜਾਂ ਕਿਤਰਾ ਹੈ। ਜੋ ਨਾਨਕ ਭਜੇ ਭਜਨ ਕਰਦਾ ਹੈ। ਮਹਾਰਾਜ ਸਾਹਿਬ ਗੁਰੂ ਨਾਨਕ ਦੇ ਨਾਮੇ ਸਰੂਪ ਗੁਰੂ ਤੇਗ ਬਹਾਦਰ ਪਾਤਸ਼ਾਹ ਸਿੱਖਿਆ ਦਿੰਦੇ ਨੇ, ਸਫਲ ਹੋਏ ਤੇ ਕਾਮ। ਉਹਦੇ ਸਾਰੇ ਕੰਮ ਦੁਨੀਆ ਦੇ ਸਫਲੇ ਹੋ ਜਾਂਦੇ ਨੇ, ਸਿਰੇ ਚੜ੍ਹ ਜਾਂਦੇ ਨੇ। ਇਸ ਪ੍ਰਕਾਰ ਹਜ਼ੂਰ ਕਹਿੰਦੇ, ਜਿਹਵਾ ਗੁਣ ਗੋਬਿੰਦ ਭਜੋ, ਕਰਨ ਸੁਨਹੁ ਹਰ ਨਾਮ। ਜਿਹਵਾ ਰਸਨਾ ਰੱਬ ਨੇ ਬਖਸ਼ੀ ਹੈ 84 ਲੱਖ ਜੋਨ ਦੇ ਸਰੀਰਾਂ ਨਾਲੋਂ ਸਰੀਰ ਕਿੰਦਰਾ, ਸਿਰੇ ਕਿੰਦਰਾ। ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਕੰਨ ਕੀਤੇ ਅੱਖੀ ਨਾਕ। ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ। ਵਾਜੇ ਪਵਨ ਆਖੇ ਸਭ ਜਾਏ। ਉਹਨੂੰ ਯਾਦ ਕਿਉਂ ਨਹੀਂ ਕਰਦੇ? ਜਿਨ ਦੀਆ ਤੋ ਨੀਰਦਨ ਮੋਲਾ, ਜਿਨ ਜੀ ਦੀਆ ਤੋ ਪਵਨ ਤੋਲਾ। ਬਸਤਰ ਦੀਓ ਬਰਤਨ ਬਰਨਾ, ਤੇ ਸਾਕਰ ਕੇ ਕਿਤ ਰੱਖ ਚਰਨਾ। ਜਿੰਨੇ ਤੈਨੂੰ ਸਰੀਰ ਦਿੱਤਾ, ਸਰੀਰ ਕਿੰਦਰੇ ਦਿੱਤੇ, ਪਦਾਰਥ ਦਿੱਤੇ, ਉਸ ਭਾਵ ਜੀਵ ਨੂੰ, ਪਰਮੇਸ਼ਰ ਨੂੰ ਚੇਤੇ ਕਰ। ਜਿਹਵਾ ਉਸ ਗੋਬਿੰਦ ਦੇ ਗੁਣਾਂ ਨੂੰ ਗਾਉਣਾ ਕਰ। ਭਜੋ ਦਿਨੇ ਰਾਤ ਯਾਦ ਕਰੋ। ਕਰਨ ਸੁਨਹੁ ਹਰ ਨਾਮ, ਕਰਨ ਕੰਨ ਬਖਸ਼ੇ ਨੇ ਤੇ ਹਰੀ ਦਾ ਨਾਮ ਸੁਣੋ। ਐ ਸਰਵਣੋ ਮੇਰੇ ਹੋ, ਸਾਚੇ ਸੁਣਨੇ ਨੂੰ ਪਠਾਏ। ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮੰਤਰ ਹਰਿਆ ਹੋਵਾ, ਰਸਨਾ ਰਸ ਸੁਮਾਨੀ। ਤੇ ਸਰਵਣੀ ਕੰਨੀ ਨਿੰਦਿਆ ਚੁਗਲੀ ਰਿਕਾਰਡ ਆਦਿਕ ਨਹੀਂ ਸੁਣਨੇ, ਤਾਂ ਜ਼ਿੰਦਗੀ 'ਚ ਮੋੜ ਆਵੇਗਾ। ਜਨਮਾਂ ਜਨਮਾਂ ਦੀ ਲੱਗੀ ਮੈਲ ਇਸ ਮਨ ਆਤਮਾ ਦੀ ਇਸ ਤਰ੍ਹਾਂ ਦੂਰ ਹੋਵੇਗੀ। ਕਹੋ ਨਾਨਕ ਸੁਣ ਰੇ ਮਨ, ਪਰਹਿ ਨ ਜਮ ਕੈ ਧਾਮ। ਮੇਰੇ ਮਨਾ ਪਿਆਰਿਆ, ਸਾਰੇ ਮਨਾਂ ਅੰਦਰ ਸੋਚ ਲਓ, ਜਮਾਂ ਦੇ ਧਾਮ ਘਰ ਨੂੰ ਨਹੀਂ ਜਾਓਗੇ। ਜੇ ਸੱਚਖੰਡ ਨੂੰ ਜਾਣਾ ਤੇ ਇਹਨਾਂ ਪੰਕਤੀਆਂ ਨੂੰ ਅਪਣਾ ਕੇ ਵੇਖ ਲਓ। ਪ੍ਰਾਣਾਂ ਦੇ ਆਸਰੇ ਚੱਲਣ ਵਾਲੇ ਉਹ ਧਿਆਨ, ਪਾਨ, ਸਮਾਨ, ਬਿਆਨ, ਪ੍ਰਾਣ 5 ਨੇ ਸਰੀਰ ਵਿੱਚ। ਇਸ ਪ੍ਰਕਾਰ ਪ੍ਰਾਣੀ ਤਾਂ ਕਿਹਾ ਜਾਂਦਾ ਹੈ। ਦਾਮਿਆਂ ਦਾ ਆਦਮੀ ਕਿਹਾ ਜਾਂਦਾ ਹੈ, ਦਮ ਆਦਮੀ। ਸੋ ਇਸ ਪ੍ਰਕਾਰ ਮਨੁੱਖ ਵੀ ਕਿਹਾ ਜਾਂਦਾ ਹੈ। ਇਹ ਮਾਣ ਦਾ ਖੋ ਖਾਧਾ ਹੋਇਆ ਹੈ, ਤਾਂ ਇਹਨੂੰ ਮਨੁੱਖ ਕਹਿੰਦੇ ਆ। ਦਮ ਆਉਂਦਾ ਤੇ ਆਦਮੀ ਕਹਿੰਦੇ ਆ। ਤੇ 5 ਪ੍ਰਾਣਾਂ ਦੇ ਆਸਰੇ ਸਰੀਰ ਚੱਲਦਾ ਹੈ ਸਾਡਾ, ਤਾਂ ਪ੍ਰਾਣੀ ਕਹਿੰਦੇ ਆ। ਦਾਨ ਇਹਨਾਂ ਵੱਖਰੇ ਵੱਖਰੇ। ਇਸ ਪ੍ਰਕਾਰ ਜਦੋਂ ਬਾਬਾ ਬੰਦਾ ਤੇਗ ਬਹਾਦਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਚਰਨੀ ਪਾਏ ਸੀ, ਤੂੰ ਕੌਣ ਹੈ ਜੀ? ਤੁਹਾਡਾ ਬੰਦਾ। ਤੇ ਬੰਦੇ ਦੇ ਅਰਥ ਨੇ ਦਾਸ, ਤੁਹਾਡਾ ਦਾਸ। ਫਿਰ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ ਸੀ। ਜੋ ਪ੍ਰਾਣੀ ਮਮਤਾ ਮੈਂ ਮੇਰੀ ਛੱਡ ਦੇਵੇ, ਲੋਭ ਮੋਹ ਹੰਕਾਰ ਵੀ ਛੱਡ ਦੇਵੇ। ਸੋ ਕਹੋ ਨਾਨਕ ਆਪਨ ਤਰੈ, ਔਰ ਨ ਲੈ ਦੋ ਉਧਾਰ। ਆਪ ਤਰੂ ਤੇ ਦੂਜਿਆਂ ਦਾ ਉਧਾਰ ਕਰ ਲੂ, ਤਾਰ ਲੂ। ਜੋੜ ਬੰਦੋ ਆਪ, ਸੇ ਤਰਾਏ ਕਿਨ ਖੇ। ਤਾਰਨ ਰੂਪੀ ਤਾਰ, ਨਾਨਕ ਪਿਰ ਸਿਉ ਰਤਿਆ। ਜਿਹੜਾ ਆਪ ਤਰੂ ਦੂਜਿਆਂ ਨੂੰ ਤਾਰ ਲੂ, ਜਿਹੜਾ ਆਪ ਡੁੱਬਾ ਤੁਹਾਨੂੰ ਡੁੱਬ ਦਊ। ਪੱਥਰ ਕੀ ਬੇੜੀ ਜੇ ਚੜੇ, ਪਰ ਨਾਲ ਡੁਬਾਵੇ। ਇਸ ਪ੍ਰਕਾਰ ਵਿਕਾਰ ਪਾਥਰ ਗਲੇ ਬੰਦੇ, ਨਿੰਦ ਪੋੜ ਸਰਾਏ। ਮਹਾਸਾਗਰ ਸਮੁੰਦ ਲੰਘਣਾ, ਪਾਰ ਨਾ ਪਰਨਾ ਜਾਏ। ਵਿਕਾਰ ਭੋਗਣੇ ਪੱਥਰ ਗਲ ਵਿੱਚ ਨੇ, ਪਰਾਈ ਨਿੰਦਿਆ ਵਾਲੀ ਪੰਡ ਸਿਰ 'ਤੇ ਹੈ, ਤੇ ਬੇੜੀ ਹੈ ਪੱਥਰ ਦੀ। ਤਾਂ ਲੰਘ ਜਾਵੇਗਾ ਤੂੰ ਨਦੀ, ਸਮੁੰਦਰ ਨਹੀਂ ਡੁੱਬ ਜਾਵੇਗਾ। ਜਿਉਂ ਸੁਪਨਾ ਅਰ ਪੇਖਨਾ, ਐਸੇ ਜਗ ਕਉ ਜਾਨ। ਜੇ ਸੁਪਨਾ ਦਿਸ ਰਾਤ ਨੂੰ ਆਉਂਦਾ, ਇਸ ਪ੍ਰਕਾਰ ਸਾਰੇ ਜਗਤ ਨੂੰ ਜਾਣਨਾ ਕਰੋ। ਉਹ ਰਾਤ ਦਾ ਸੁਪਨਾ ਤੇ ਇਹ ਦਿਨ ਦਾ ਸੁਪਨਾ ਹੈ, ਜਿਹੜਾ ਦਿਨ ਲੰਘ ਰਿਹਾ ਸਾਡਾ। ਇਸ ਪ੍ਰਕਾਰ ਸਾਰਾ ਸੰਸਾਰ ਸੁਪਨੇ ਮਾਤਰ ਹੀ ਹੈ, ਤੇ ਮਰਜ਼ੀ ਨਾਲ ਸੁਪਨਾ ਨਹੀਂ ਆਉਂਦਾ। ਜਾਗਰਤ ਸੁਖਵਨ ਸੁਖੋਪਤ 3 ਅਵਸਥਾ ਨੇ। ਹੁਣ ਆਪਾਂ ਜਾਗਦੇ ਬੈਠੇ ਹਾਂ, ਜਦੋਂ ਸੌਂ ਜਾਈਏ ਫਿਰ ਨਹੀਂ ਸੁਪਨਾ ਆਉਂਦਾ। ਸੁਖੋਪਤ ਅਵਸਥਾ ਜਾਗੋ ਮੀਟੀ 'ਚ ਆਉਂਦਾ ਹੈ।
ਨਾੜੀਆਂ ਦਾ ਸਾਰਾ ਇਹ ਸਰੀਰ ਹੈ ਬਣਿਆ ਪਿੰਜਰਾ, ਇਹਦੇ ਵਿੱਚ ਇੱਕ ਪ੍ਰੀਤ ਨਾੜੀ ਹੈ। ਉਸ ਵਿੱਚ ਇਹ ਮਨ ਜਾ ਕੇ ਆਪਣੀ ਦੁਨੀਆ ਆਪ ਰਚ ਲੈਂਦਾ ਹੈ। ਸੁਪਨੇ ਚੰਗੇ ਵੀ ਆਉਂਦੇ ਆ ਤੇ ਸੁਪਨੇ ਮਾੜੇ ਵੀ ਆਉਂਦੇ ਆ। ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ, ਆਏ ਨ ਸਕਾਂ ਤੁਝ ਕੰਨ ਪਿਆਰੇ, ਭੇਜ ਨ ਸਕਾਂ ਕੋਏ। ਆਓ ਸੁਭਾਗੀ ਨੀਂਦੜੀਏ, ਮਤ ਸੋ ਦੇਖਾਂ ਸੋਏ। ਸੱਜਣ ਮੁਖ ਅਨੂਪ, ਅੱਠੇ ਪਹਿਰ ਨਿਹਾਲ ਸਾ। ਸੁਪਨੇ ਸੋ ਸਹੁ ਡਿਠ, ਤੈ ਸੁਪਨੇ ਹਉ ਖੰਨੀ ਹੈ। ਮੇਰੇ ਮਾਲ ਸਜਣ ਦਾ ਮੁਖ ਜਿਹੜਾ ਚਿਹਰਾ ਹੈ ਅਨੂਪ, ਉਪਮਾ ਤੋਂ ਰਹਿਤ ਹੈ। ਅੱਠੇ ਪੈਰ ਮੈਂ ਵੇਂਦੀ ਰਵਾਂ ਥੱਕਾ ਨਾ, ਤੈਨੂੰ ਨੀਂਦ ਨਹੀਂ ਆਉਣੀ ਤੇ ਫਿਰ ਮੈਂ ਸੁਪਨੇ 'ਚ ਵੇਖੀ ਚੱਲੂੰ। ਪਰ ਉਸ ਸੁਪਨੇ ਤੋਂ ਮੈਂ ਖੰਨੀਏ ਬਲਿਹਾਰ ਜਾਵਾਂ ਬਾਹਰ ਨਹੀਂ ਜਾਵਾਂ। ਇਸ ਪ੍ਰਕਾਰ ਹਜ਼ੂਰ ਕਹਿੰਦੇ ਹੈ। ਭਾਈ ਗੁਰਦਾਸ ਜੀ ਨੂੰ ਸੁਪਨਾ ਆਇਆ ਸੀ, 6ਵੇਂ ਸਰੂਪ ਦੇ ਦਰਸ਼ਨ ਹੋਏ ਸੁਪਨੇ 'ਚ ਤੇ ਪੰਕਤੀਆਂ ਲਿਖੀਆਂ। ਸੁਪਨ ਚਰਿਤਰ ਚਿਤਰ ਬਾਨਕ ਬਨੇ ਵਿਚਿਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। परम दयाल लाल लोचन विशाल, मुख बचन रसाल, मुख मद मधुर पी आए हैं। सोबत सजासन बिलासन दे अंक माल, कोई विसासा अंक समाए हैं। चार शब्द अखियाँ उगर गई, भई जल मीन गात बिरहे जगाए हैं। मीन मच्छी का गत विछोड़ा पानी नाल हो जाए, वेखो किद्दां तड़फदी है। भाई गुरदास जी कहते सुपना आ रहा सी, 6वें ਸਰੂਪ ਦੇ दर्शन हो रहे सी। अंक माल गलवखड़ी लै रहे सां, चरण चुम रहे सां। सो उस मौका पपीहा बोल पिया तो जाग खुल गई। तो मेरी हालात की बनी, जिवें मच्छी पानी तो वखरी हो के तड़फदी, इदां मन तड़फिया। सुपने चंगे भी आउंदे आ तो सुपने माड़े भी आउंदे आ। इस प्रकार इन मैं कस साचो नहीं, नानक बिन भगवान। खट पगा भगवान तो बिना, इन मैं कस कुछ भी सच्चा नहीं। सब झूठा ते नास वानी है। इस प्रकार हजूर सच्चे पातशाह जी ने 12 तो शुरू करके ते 23 श्लोकां तक बख्शिश की है। एक एक पंक्ति मगर बड़ा बड़ा ज्ञान है। ज्यों बुलावे तू बोले स्वामी, कुदरत कौन हमारी। साध संग नानक जस गायो, जो प्रभ की अत प्यारी। गुरु की संगति है। महाराज हम कृपा करके सानू बख्शण। कहो कबीर कहिए काहे, साध सकंद बिकुंठे आही। इन्नी घड़ी साडी बिकुंठ धाम विच लगूगी जे मन बाणी सरीर करके पढ़ा सुनांगे ते। गुरु चरना अरदास बेनती करिए, महाराज साहब बुरे हाँ भले हाँ तेरे हाँ, आप दी चरनी ला लवो। अज दीआं इन्नियां बेनतियां स्वीकार करो। आउण वाले समय 'च महाराज साहब होर सेवा लै लैण, पढ़दियां सुणदियां ते थाएं पै जाण, जिंदगी 'च मोड़ आ जावे। मन लोचे बुराइयां गुर शब्दी, इहो मन होड़िए। माता पैसा अमहा जाए, कुद कुद चरे रसातल पाए। माता मस्त पैसा संडा झोटा, जमा दा वाहन। अमोड़ है मन इहो जिहा हाथी वर्गा, संडे झोटे वर्गा। मोड़ो ऐ नूं ते जाना ऐ नूं। गुर शब्द नाल ही इहनूं मोड़ना है, शब्द रूपी कुंडे नाल ही मोड़ना है। शब्द ही पढ़ांगे, शब्द ही सुणांगे, शब्द ही हिरदे 'च वसावांगे, फिर लोग सुखी परलोक सुहेले होवांगे। इन्नियां पंक्तियां स्वीकार करते हुए कहो, वाहिगुरु जी का खालसा, वाहिगुरु जी की फतेह।